ਵਿਰਸਾ ਸਿੱਖ ਵਿਰਸਾ ਜਾਨ ਹੈ ਸਾਡੀ, ਇਸ ਨੂੰ ਸਾਰੇ ਪਿਆਰ ਕਰੋ। ਗੁਰੂਆਂ ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहू ना जाने मेरा। आद गुरु ना मैं जुगाद गुरु ना मैं ओ सतगुरु ना मैं श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 22 ਮੱਘਰ ਸੰਮਤ 552 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 6 ਦਸੰਬਰ 2020 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਹੋਏਗਾ ਪੂਰੇ 11 ਵਜੇ ਤੱਕ। ਤੇ ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। ठाकुर अपने थे ठाकुर अपने थे जो मांगे ठाकुर अपने थे जो मांगे ठाकुर अपने थे सोई सोई दे
सोई सोई तेरे नानक दास मुख ते जो बोले जो बोले नानक दास मुख ते 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 जो बोले इहाँ उहाँ सच होवे नानक दास मुख ते जो बोले नानक दास मुख ते जो बोले इहाँ उहाँ सच होवे नानक नानक दास मुख ते जो बोले इहाँ उहाँ सच होवे सच होवे सच होवे नानक दास मुख ते जो बोले नानक दास मुख ते जो बोले इहाँ उहाँ सच होवे इहाँ उहाँ सच होवे हर जन राखे गुर गोविंद 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 कंठ लाए अवगुण सब मेटे कंठ लाए अवगुण सब मेटे दयाल पुरख बख्शंद हर जन राखे गुर गोविंद 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 गोविंद हर जन राखे गुर गोविंद हर जन राखे गुर गोविंद हर जन राखे गुर गोविंद चतुर दिशा की नौ बाल अपना चतुर दिशा की नौ बाल अपना सिर ऊपर करता हो सिर ऊपर करता हो सिर ऊपर करता हो हर जन राखे गुर गोविंद 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 राखे गुरु
गोविंद हरि जन राखै गुर गोविंद हरि जन राखै गुर गोविंद हर जन राखै हर जन राखै गुर गोविंद हर जन राखै हर जन राखै हर जन राखै गुर गोविंद। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਲਾਉਂਗਾ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ। ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ। ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ। ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਰਹਾਉ ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ। ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ। ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹੋ ਵਾਰੀ। ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਹਾਰੀ। ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ। ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ। ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ। ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।
ਹਰ ਤੇਰੀ ਉਸਤਤ ਹੈ। ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ। ਜਿਨਾ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ। ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ। ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁਮ ਜਾਇਆ। ਓਏ ਆਪ ਛੁਟੇ ਪਰਵਾਰ ਸਿਓ ਸਭ ਜਗਤ ਛਡਾਇਆ। ਗੁਰ ਪਿਆਰੈ ਹਰ ਸੇਵਿਆ ਗੁਰ ਧਨ ਗੁਰ ਧਨੋ। ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨੋ। ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪੁਰਾਣੀ। ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ। ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ। ਹਰ ਦਰਗਹਿ ਪੈ ਲਾਈਆ ਹਰ ਆਪ ਗਲ ਲਾਈਆ। ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ। ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ। ਪਾਨ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆ। ਹਰ ਹਰ ਕਦੇ ਨ ਚੇਤਿਓ ਜਮ ਪਕੜ ਚਲਾਈਆ। ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ। ਤਿਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ। ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ। ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੈ। ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ। ਹਉ ਗੁਰ ਵਿਟੋਂ ਸਦ ਵਾਰਿਆ ਜਿਨ ਦਿੱਤੜਾ ਨਾਓ। ਸੋ ਧਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ। ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ। ਗੁਰ ਰਸਨਾ ਅੰਮ੍ਰਿਤ ਬੋਲਦੀ
ਹਰ ਨਾਮ ਸੁਹਾਵੇ। ਜਿਨ ਸੁਣ ਸਿੱਖਾਂ ਗੁਰ ਮੰਨਿਆ, ਤਿਨਾ ਭੁਖ ਸਭ ਜਾਵੇ। ਹਰ ਕਾ ਮਾਰਗ ਆਖੀਐ, ਕਹੋ ਕਿਤ ਵਿਦ ਜਾਈਐ। ਹਰ ਹਰ ਤੇਰਾ ਨਾਮ ਹੈ, ਹਰ ਖਰਚ ਲੈ ਜਾਈਐ। ਜਿਨ ਗੁਰਮੁਖ ਹਰ ਆਰਾਧਿਆ, ਸੇ ਸ਼ਾਹ ਵੱਡ ਦਾਣੇ। ਹਉ ਸਤਿਗੁਰ ਕਉ ਸਦ ਵਾਰਿਆ, ਗੁਰ ਬਚਨ ਸਮਾਣੇ। ਤੂੰ ਠਾਕੁਰ ਤੂੰ ਸਾਹਿਬੋ, ਤੂੰ ਹੈ ਮੇਰਾ ਮੀਰਾ। ਤੁਧ ਭਾਵੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਆਪੇ ਹਰ ਇਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਆਪੇ ਹਰ ਇਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ, ਗੁਰ ਮੀਤ ਸੁਣਾਈਆਂ। ਬਲਿਹਾਰੀ ਗੁਰ ਆਪਣੇ, ਗੁਰ ਕਉ ਬਲ ਜਾਈਆ। ਹੁਣੇ ਅਸੀਂ ਸੁਣ ਰਹੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਅੱਜ ਦਾ ਹੁਕਮਨਾਮਾ ਰਾਗ ਤਲੰਗ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 725 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਤਿਲੰਗ ਮਹੱਲਾ ਚੌਥਾ। ਹੇ ਗੁਰਸਿੱਖ ਮਿੱਤਰ, ਗੁਰੂ ਨੇ ਮੈਨੂੰ ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਸੁਣਾਈਆਂ ਹਨ। ਮੈਂ ਆਪਣੇ ਗੁਰੂ ਤੋਂ ਮੁੜ-ਮੁੜ ਸਦਕੇ ਕੁਰਬਾਨ ਜਾਂਦਾ ਹਾਂ। ਹੇ ਮੇਰੇ ਗੁਰੂ ਦੇ ਪਿਆਰੇ ਸਿੱਖ, ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਰਹਾਉ ਦੇ ਕੇ ਅੱਗੇ ਫਰਮਾ ਰਹੇ ਨੇ, ਹੇ ਗੁਰਸਿੱਖ, ਪਰਮਾਤਮਾ ਦੇ ਗੁਣ ਗਾਉਣੇ ਪਰਮਾਤਮਾ ਨੂੰ ਪਸੰਦ ਆਉਂਦੇ ਨੇ। ਮੈਂ ਉਹ ਗੁਣ ਗਾਉਣੇ ਆਪਣੇ ਗੁਰੂ ਪਾਸੋਂ ਸਿੱਖੇ ਨੇ। ਮੈਂ ਉਹਨਾਂ ਬਡਭਾਗੀਆਂ ਤੋਂ ਮੁੜ-ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ ਹੈ। ਹੇ ਗੁਰਸਿੱਖ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸ਼ਨ ਕੀਤਾ ਹੈ, ਜਿਨ੍ਹਾਂ ਗੁਰੂ ਦੀ ਸੇਵਾ ਕੀਤੀ ਹੈ।
हे ਹਰੀ, ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ, ਪਰ ਇਹ ਨਾਮ ਗੁਰੂ ਦੀ ਸ਼ਰਨ ਪਿਆ ਹੀ ਮਿਲਦਾ ਹੈ। ਗੁਰੂ ਦੇ ਸਨਮੁਖ ਰਿਆਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਇਹ ਗੁਰਸਿੱਖ, ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਨੇ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਕਬੂਲ ਹੋ ਜਾਂਦੇ ਨੇ। ਨਾਨਕ ਉਹਨਾਂ ਮਨੁੱਖਾਂ ਤੋਂ ਕਰਵਾਨ ਜਾਂਦਾ ਹੈ, ਸਦਕੇ ਜਾਂਦਾ ਹੈ। ਹੇ ਹਰੀ, ਹੇ ਪ੍ਰਭੂ, ਉਹੀ ਸਿਫਤ ਸਲਾਹ ਤੇਰੀ ਸਿਫਤ ਸਲਾਹ ਕਹੀ ਜਾ ਸਕਦੀ ਹੈ ਜਿਹੜੀ ਤੈਨੂੰ ਪਸੰਦ ਆ ਜਾਂਦੀ ਹੈ। ਹੇ ਭਾਈ, ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕਰਦੇ ਨੇ, ਉਹਨਾਂ ਨੂੰ ਪ੍ਰਭੂ ਸੁਖ ਫਲ ਦਿੰਦਾ ਹੈ। ਹੇ ਭਾਈ, ਜਿਨ੍ਹਾਂ ਮਨੁੱਖਾਂ ਦਾ ਪ੍ਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਹੈ, ਉਹਨਾਂ ਦੇ ਦਿਲ ਸਦਾ ਪ੍ਰਭੂ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ। ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ ਪ੍ਰਭੂ ਦਾ ਨਾਮ ਹਿਰਦੇ ਦੇ ਵਿੱਚ ਸੰਭਾਲ ਕੇ ਆਤਮਿਕ ਜੀਵਨ ਹਾਸਲ ਕਰਦੇ ਨੇ। ਹੇ ਭਾਈ, ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕੀਤੀ ਹੈ। ਉਹ ਮਨੁੱਖ ਆਪ ਆਪਣੇ ਪਰਿਵਾਰ ਸਮੇਤ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਬਚ ਗਏ ਤੇ ਉਹਨਾਂ ਨੇ ਸਾਰਾ ਸੰਸਾਰ ਵੀ ਬਚਾ ਲਿਆ। ਹੇ ਭਾਈ, ਗੁਰੂ ਸਲਾਹੁਣਯੋਗ ਹੈ, ਗੁਰੂ ਸਲਾਹੁਣਯੋਗ ਹੈ। ਪਿਆਰੇ ਗੁਰੂ ਦੇ ਰਾਹੀਂ ਹੀ ਮੈਂ ਪਰਮਾਤਮਾ ਦੀ ਸੇਵਾ ਭਗਤੀ ਸ਼ੁਰੂ ਕੀਤੀ ਹੈ। ਮੈਨੂੰ ਗੁਰੂ ਨੇ ਹੀ ਪਰਮਾਤਮਾ ਦੇ ਮਿਲਾਪ ਦਾ ਰਸਤਾ ਦੱਸਿਆ ਹੈ। ਗੁਰੂ ਦਾ ਮੇਰੇ ਉੱਤੇ ਇਹ ਉਪਕਾਰ ਹੈ, ਵੱਡਾ ਉਪਕਾਰ ਹੈ। ਹੇ ਭਾਈ, ਗੁਰੂ ਦੇ ਜਿਹੜੇ ਸਿੱਖ ਗੁਰੂ ਦੀ ਦੱਸੀ ਸੇਵਾ ਕਰਦੇ ਨੇ, ਉਹ ਭਾਗਾਂ ਵਾਲੇ ਹੋ ਜਾਂਦੇ ਨੇ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ, ਸਦਾ ਹੀ ਕਰਵਾਨ ਜਾਂਦਾ ਹੈ। ਹੇ ਭਾਈ, ਗੁਰੂ ਦੀ ਸ਼ਰਨ ਪੈ ਕੇ ਪਰਸਪਰ ਪ੍ਰੇਮ ਨਾਲ ਰਹਿਣ ਵਾਲੀਆਂ ਸਤ ਸੰਗੀ ਸਹੇਲੀਆਂ ਐਸੀਆਂ ਹੋ ਜਾਂਦੀਆਂ ਨੇ ਕਿ ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਨੇ। ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੂੰ ਆਦਰ ਮਿਲਦਾ ਹੈ। ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਦੇ ਨਾਲ ਸਦਾ ਲਈ ਲਾ ਲਿਆ ਹੈ। ਹੇ ਪ੍ਰਭੂ, ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਤੇਰਾ ਨਾਮ ਸਿਮਰਦੇ ਨੇ, ਉਹਨਾਂ ਦਾ ਮੈਨੂੰ ਦਰਸ਼ਨ ਬਖਸ਼। ਮੈਂ ਉਹਨਾਂ ਦੇ ਚਰਨ ਧੋਂਦਾ ਰਹਾਂ ਤੇ ਉਹਨਾਂ ਦੀ ਚਰਨ ਧੂੜ ਘੋਲ ਘੋਲ ਕੇ ਪੀਂਦਾ ਰਹਾਂ। ਹੇ ਭਾਈ, ਜਿਹੜੀਆਂ ਜੀਵ ਇਸਤਰੀਆਂ ਪਾਨ ਸੁਪਾਰੀ ਆਦਿ ਖਾਂਦੀਆਂ ਨੇ, ਮੂੰਹ ਵਿੱਚ ਪਾਨ ਚੁਪਾਉਂਦੀਆਂ ਨੇ, ਭਾਵ ਕਿ ਸਦਾ ਪਦਾਰਥਾਂ ਦੇ ਭੋਗਾਂ ਦੇ ਵਿੱਚ ਮਸਤ ਹਨ, ਤੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਕਦੇ ਨਾ ਸਿਮਰਿਆ, ਉਹਨਾਂ ਨੂੰ ਮੌਤ ਦੇ ਗੇੜ ਨੇ ਫੜ ਕੇ ਸਦਾ ਲਈ ਅੱਗੇ ਲਾ ਲਿਆ। ਉਹ 84 ਦੇ ਗੇੜ ਵਿੱਚ ਪੈ ਗਈਆਂ। ਹੇ ਭਾਈ, ਜਿਨ੍ਹਾਂ ਆਪਣੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਟਿਕਾ ਕੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ ਦਾ ਡਰ ਨਹੀਂ ਆਉਂਦਾ। ਹੇ ਭਾਈ, ਪਰਮਾਤਮਾ ਦਾ ਨਾਮ ਖਜ਼ਾਨਾ ਹੈ। ਕੋਈ ਬਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਨਾਮ ਨਾਲ ਸਾਂਝ ਪਾਉਂਦਾ ਹੈ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਹਰੇਕ ਮਨੁੱਖ ਹਰੀ ਨਾਮ ਦੇ ਪ੍ਰੇਮ ਦੇ ਵਿੱਚ ਜੁੜ ਕੇ ਆਤਮਿਕ ਆਨੰਦ ਮਾਣਦਾ ਹੈ। ਹੇ ਭਾਈ, ਗੁਰੂ ਨੂੰ ਹੀ ਇਹ ਨਾਮ ਦੀ ਦਾਤ ਦੇਣ ਵਾਲਾ ਆਖਣਾ ਚਾਹੀਦਾ ਹੈ। ਗੁਰੂ ਤਰੁੱਠ ਕੇ ਨਾਮ ਦੇਣ ਦੀ ਕਿਰਪਾ ਕਰਦਾ ਹੈ। ਮੈਂ ਤਾਂ ਸਦਾ ਗੁਰੂ ਤੋਂ ਹੀ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ ਹੈ। ਹੇ ਭਾਈ, ਉਹ ਗੁਰੂ ਸਲਾਹੁਣਯੋਗ ਹੈ। ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਜਿਹੜਾ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਉਪਦੇਸ਼ ਦਿੰਦਾ ਹੈ। ਮੈਂ ਤਾਂ ਗੁਰੂ ਨੂੰ ਵੇਖ ਵੇਖ ਕੇ, ਗੁਰੂ ਦਾ ਸੋਹਣਾ ਸਰੀਰ ਵੇਖ ਕੇ ਖਿੜ ਰਿਹਾ ਹਾਂ। ਹੇ ਭਾਈ, ਗੁਰੂ ਦੀ ਜੀਭ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਉਚਾਰਦੀ ਹੈ। ਹਰੀ ਨਾਮ ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ। ਜਿਨ੍ਹਾਂ ਵੀ ਸਿੱਖਾਂ ਨੇ ਗੁਰੂ ਦਾ ਉਪਦੇਸ਼ ਸੁਣ ਕੇ ਗੁਰੂ ਉੱਤੇ ਯਕੀਨ ਲਿਆਂਦਾ ਹੈ, ਉਹਨਾਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਗਈ ਹੈ। ਹੇ ਭਾਈ, ਹਰੀ ਨਾਮ ਸਿਮਰਨ ਹੀ ਪਰਮਾਤਮਾ ਦੇ ਮਿਲਾਪ ਦਾ ਰਸਤਾ ਕਿਹਾ ਜਾਂਦਾ ਹੈ। ਹੇ ਭਾਈ, ਦੱਸ ਕਿਸ ਤਰੀਕੇ ਦੇ ਨਾਲ ਇਸ ਰਸਤੇ ਉੱਤੇ ਤੁਰ ਸਕੀਦਾ ਹੈ। ਹੇ ਪ੍ਰਭੂ, ਤੇਰਾ ਨਾਮ ਹੀ ਰਸਤੇ ਦਾ ਖਰਚ ਹੈ। ਇਹ ਖਰਚ ਪੱਲੇ ਬੰਨ੍ਹ ਕੇ ਇਸ ਰਸਤੇ ਦੇ ਉੱਤੇ ਤੁਰਨਾ ਚਾਹੀਦਾ ਹੈ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹ ਵੱਡੇ ਸਿਆਣੇ ਸ਼ਾਹ ਬਣ ਗਏ ਨੇ। ਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਗੁਰੂ ਦੇ ਬਚਨ ਰਾਹੀਂ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਸਕੀਦਾ ਹੈ। हे ਪ੍ਰਭੂ, ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਸਾਹਿਬ ਹੈ, ਤੂੰ ਮੇਰਾ ਪਾਤਸ਼ਾਹ ਹੈ। ਜੇ ਤੈਨੂੰ ਪਸੰਦ ਆਵੇ ਤਾਂ ਹੀ ਤੇਰੀ ਭਗਤੀ ਕੀਤੀ ਜਾ ਸਕਦੀ ਹੈ। ਤੂੰ ਗੁਣਾਂ ਦਾ ਖਜ਼ਾਨਾ ਹੈ, ਤੂੰ ਡੂੰਘੇ ਜਿਗਰੇ ਵਾਲਾ ਹੈ। हे ਨਾਨਕ, ਪਰਮਾਤਮਾ ਆਪ ਹੀ ਨਿਰਗੁਣ ਸਰੂਪ ਦੇ ਵਿੱਚ ਇੱਕੋ ਇੱਕ ਹਸਤੀ ਹੈ ਤੇ ਆਪ ਹੀ ਸਰਗਣ ਸਰੂਪ ਦੇ ਵਿੱਚ ਅਨੇਕਾਂ ਰੂਪਾਂ ਵਾਲਾ ਹੈ। ਜਿਹੜੀ ਗੱਲ ਉਸਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਰਾਗ ਟੋਡੀ ਦੇ ਵਿੱਚ, ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। हर बिन रह न सके मन मेरा, हर बिन रह न सके मन मेरा। मेरे प्रीतम प्राण हर प्रभ गुर मेरा, मेरे प्रीतम प्राण हर प्रभ गुर
ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਖੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰਮਸਤਕ ਪਾਗ ਲਿਖੇਰਾ ਤੁਰਮਸਤਕ ਪਾਗ ਲਿਖੇਰਾ ਤੁਰਮਸਤਕ ਪਾਗ ਲਿਖੇਰਾ ਹਰ ਦਿਨ ਰਹਿ ਨਾ ਸਕੇ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਾਰ ਨ ਪਵ ਜਲ ਫੇਰਾ ਹਰ ਬਿਨ ਰਹਿ ਨਾ ਸਕੇ ਹਰ ਬਿਨ ਰਹਿ ਨਾ ਸਕੇ ਹਰ ਬਿਨ ਰਹਿ ਨਾ ਸਕੇ ਮਨ ਮੇਰਾ ਹਾਂਜੀ, ਹੁਣੇ ਅਸੀਂ ਸੁਣ ਰਹੇ ਸੀ ਇਹ ਸ਼ਬਦ ਜਿਸ ਨੂੰ ਗਾਇਨ ਕੀਤਾ ਸੀ ਡਾਕਟਰ ਗੁਰਨਾਮ ਸਿੰਘ ਜੀ ਨੇ। ਤੇ ਆਓ ਚੱਲਦੇ ਹਾਂ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਲੰਗ ਫੋਰਥ ਮਹਿਲ। The Guru, my friend, has told me the stories and the ceremony of the Lord. I am a sacrifice to my Guru. To the Guru, I am a sacrifice. Come join with me, O Sikh of the Guru, come and join with me. You are my Guru's beloved. Pause. The glorious praises of the Lord are pleasing to the Lord. I have obtained them from the Guru. I am a sacrifice to those who surrender to and obey the Guru's will. I am dedicated and devoted to those who gaze upon the beloved true Guru. I am forever a sacrifice to those who perform service for the Guru. Your name, O Lord, Har Har, is a destroyer of sorrow. Serving the Guru, it is obtained, and as Gurmukh, one is emancipated. Those humble beings who meditate on Lord's name are celebrated and acclaimed. Nanak is a sacrifice to them forever and ever, a devoted sacrifice. O Lord, that alone is praise to you, which is pleasing to your will, O Lord God. Those Gurmukhs who serve their beloved Lord obtain him as their reward. Those who cherish love for the Lord, their souls are always with God. Chanting and meditating on their beloved, they live in and gather in the Lord's name. I am a sacrifice to those Gurmukhs who serve their beloved Lord. They themselves are saved along with their families, and through them all the world is saved. My beloved Guru serves the Lord. Blessed is the Guru, blessed is the Guru. The Guru has shown me the Lord's path. The Guru has done the greatest good deed. Those Sikhs of the Guru who serve the Guru are the most blessed beings. Servant Nanak is a sacrifice to them. He is forever
and ever a sacrifice. The Lord Himself is pleased with the Gurmukhs, the fellowship of the companions. In the Lord's court, they are given robes of honor, and the Lord Himself hugs them close in His embrace. Please bless me with the blessed vision of the darshan of those Gursikhs who meditate on the name of the Lord. I wash their feet and drink in the dust of their feet, dissolved in the wash water. Those who eat betel nuts and betel leaf and apply lipstick, but do not contemplate the Lord, the messenger of death will seize them and take them away. The messenger of death does not even approach those who contemplate the name of the Lord, and keep him enshrined in their hearts. The Guru's Sikhs are the Guru's beloveds. The name of the Lord is a treasure known only to few Gurmukhs. O Nanak, those who meet with the true Guru enjoy peace and pleasure. The true Guru is called the Giver. In His mercy, He grants His grace. I am forever a sacrifice to the Guru who has blessed me with the Lord's name. Blessed, very blessed, is the Guru who brings the Lord's message. I gaze upon the Guru, the Guru, the Guru embodied, and I blossom forth in bliss. The Guru's tongue recites words of ambrosial nectar. He is adorned with the Lord's name. Those Sikhs who hear and obey the Guru, all their desires depart. Some speak of Lord's path. Tell me, how can I walk on it? O Lord Har, your name is my supplies, and I will take it with me and set out. Those Gurmukhs who worship and adore the Lord are wealthy and very wise. I am forever a sacrifice to the true Guru. I am absorbed in the words of the Guru's teachings. You are the Master, my Lord and Master. You are my ruler and King. If it is pleasing to your will, then I worship and serve you. You are the treasure of virtue. The Lord Himself is absolute. He is the one and only. But He Himself is also manifested in many forms. Whatever pleases Him, O Nanak, that alone is good. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਅੱਜ ਦਾ ਹੁਕਮਨਾਮਾ ਰਾਗ ਤਲੰਗ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 725 ਅੰਗ ਤੇ ਸ਼ੋਭਿਤ ਹੈ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੇ ਅਵਤਾਰ ਪੁਰਖ ਦੀਆਂ ਲੱਖ ਲੱਖ ਵਧਾਈਆਂ ਹੋਣ। ਤੇ ਆਓ ਚੱਲਦੇ ਹਾਂ ਅਗਲਾ ਸ਼ਬਦ ਸਰਵਣ ਕਰਦੇ ਹਾਂ।
जग माहे पठाया, गुरु नानक जग माहे पठाया। चरण तोए रहे रास कर, चरण तोए रहे रास कर। चरणामृत सिखा पिलाया, नानक आया, नानक आया, नानक आया। कलयुग अंदर एक दिखाया, कलयुग अंदर एक दिखाया। चारे पैर धर्म दे, चारे पैर धर्म दे। चार वरण एक वर्ण कराया, चार वर्ण एक वर्ण कराया। राणा रंग बराबरी, राणा रंग बराबरी। बहरी पवना जग वरताया, बहरी पवना जग वरताया। उल्टा खेल पीरम दा, उल्टा खेल पीरम दा। पैरां पर शीस निवाया, नानक आया, नानक आया, नानक आया। कल काल गुरु नानक आया, नानक आया। कलयुग बाबे तारिया, कलयुग बाबे तारिया। सतनाम पढ़ मंत्र सुनाया, सतनाम पढ़ मंत्र सुनाया। कल तारण गुरु नानक सतनाम। वाहेगुरु जीओ। सतनाम श्री वाहेगुरु जीओ।
ਕਲ ਤਾਰਨ ਗੁਰੂ ਨਾਨਕ ਆਇਆ। ਇਹ ਆਵਾਜ਼ ਸੀ ਸੁਖਵਿੰਦਰ ਸਿੰਘ ਜੀ ਦੀ ਤੇ ਉਹਨਾਂ ਦੇ ਸਾਥੀਆਂ ਦੀ। ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਆਓ ਇੱਕ ਸ਼ਬਦ ਹੋਰ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦਾ ਲੇਖ ਜਿਹੜਾ ਹੈ ਆਪ ਜੀ ਦੇ ਨਾਲ ਸਾਂਝਾ ਕਰਾਂਗੇ, ਜਿਹੜਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਕੁਦਰਤ ਦੇ ਇੱਕ ਖੂਬਸੂਰਤਨ ਜਿਹੜਾ ਵਰਣਨ ਕੀਤਾ ਸਤਿਗੁਰੂ ਜੀ ਨੇ ਮਾਨਵਤਾ ਦੇ ਲਈ ਇੱਕ ਪ੍ਰਤੀਕਾਤਮਿਕ ਸੰਦੇਸ਼ ਸਤਿਗੁਰੂ ਜੀ ਨੇ ਦਿੱਤਾ ਹੈ। ਉਸ ਦੇ ਸੰਬੰਧ ਦੇ ਵਿੱਚ ਇਹ ਜਿਹੜਾ ਲੇਖ ਸਰਦਾਰ ਬਲਵਿੰਦਰ ਸਿੰਘ ਬਾਲਮ ਉਹਨਾਂ ਨੇ ਲਿਖਿਆ ਹੈ ਗੁਰਮਤਿ ਪ੍ਰਕਾਸ਼ ਦੇ ਅੰਕ ਨਵੰਬਰ 2012 ਦੇ ਵਿੱਚ। ਤੇ ਇਸ ਅਗਲੇ ਸ਼ਬਦ ਤੋਂ ਦੂਸਰੇ ਪਾਰ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜੇ ਸਤਿਗੁਰ ਨਦਰ ਕਰੇ, 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 ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਿਮਖ ਵੇਖ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਨਿਮਖ ਵੇਖ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਜਿਸ ਕੋ ਪੂਰਬ ਲਿਖਿਆ ਇਨ ਸਤਿਗੁਰ ਚਰਨ ਗਏ। ਇਨ ਸਤਿਗੁਰ ਚਰਨ ਗਏ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ। ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ। ਇੱਕ ਸਿਉ ਚਿਤ ਲਾਏ ਮੇਰੇ ਮਨ। ਇੱਕ ਸਿਉ ਚਿਤ ਲਾਏ। ਇੱਕ ਸੁਬਿਨ ਸਭ
ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ 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 ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਸੋਈ ਉਤਰਿਆ ਪਾਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ 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 ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰੂ ਲਬਾ
ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ। ਹੁਣੇ ਅਸੀਂ ਇਹ ਸ਼ਬਦ ਸਰਵਨ ਕਰ ਰਹੇ ਸੀ ਜਿਸ ਨੂੰ ਗਾਇਨ ਕੀਤਾ ਸੀ ਭਾਈ ਜੋਗਿੰਦਰ ਸਿੰਘ ਜੀ ਰਿਆੜ ਲੁਧਿਆਣੇ ਵਾਲਿਆਂ ਨੇ। ਤੇ ਆਪ ਜੀ ਦਾ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਸਵਾਗਤ ਹੈ। ਤੇ ਅਗਰ ਆਪ ਜੀ ਨੇ ਹੁਣੇ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਹੈ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਲੇਖ ਵੱਲ, ਜਿਹੜਾ ਕਿ ਜਿਵੇਂ ਅਸੀਂ ਬੇਨਤੀ ਕੀਤੀ ਸੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਕੁਦਰਤ ਦਾ ਖੂਬਸੂਰਤ ਵਰਣਨ ਜਿਹੜਾ ਸਤਿਗੁਰੂ ਜੀ ਨੇ ਕੀਤਾ ਹੈ, ਉਹਦੇ ਨਾਲ ਸੰਬੰਧਿਤ ਇਹ ਲੇਖ ਹੈ, ਜਿਸ ਨੂੰ ਸ਼ਬਦ ਦਿੱਤੇ ਨੇ ਸਰਦਾਰ ਬਲਵਿੰਦਰ ਸਿੰਘ ਬਾਲਮ ਨੇ। ਬਾਲਮ ਜੀ ਲਿਖਦੇ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਕੁਦਰਤ ਦਾ ਖੂਬਸੂਰਤ ਵਰਣਨ ਮਾਨਵਤਾ ਲਈ ਪ੍ਰਤੀਕਾਤਮਿਕ ਸੰਦੇਸ਼ ਹੈ। ਗੁਰੂ ਜੀ ਨੇ ਮਾਨਵਤਾ ਨੂੰ ਸਿੱਧੇ ਰਸਤੇ ਪਾਉਣ ਦੇ ਲਈ ਅਧਿਆਤਮਿਕਤਾ ਦੇ ਸੱਚੇ ਰਸਤੇ ਉੱਪਰ ਚੱਲਣ ਲਈ ਸ਼ਬਦਾਂ ਦੇ ਰੂਪ ਦੇ ਵਿੱਚ ਬਾਣੀ ਦੀ ਖੋਜ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਅਨੇਕਾਂ ਹੀ ਛੋਟੀਆਂ ਵੱਡੀਆਂ ਬਹਿਰਾਂ ਦਾ ਪ੍ਰਯੋਗ ਕੀਤਾ ਹੈ। ਇਹ ਬਹਿਰਾਂ ਉਹਨਾਂ ਦੇ ਹਿਰਦੇ ਦੇ ਵਿੱਚੋਂ ਆਪਣੇ ਆਪ ਵਾਹਿਗੁਰੂ ਦੀ ਦਾਤ ਬਣ ਕੇ ਉਤਰੀਆਂ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਕੁਦਰਤ ਤੇ ਸ੍ਰਿਸ਼ਟੀ ਦੇ ਕਣ-ਕਣ ਉੱਪਰ ਲਿਖਿਆ ਹੈ। ਪਰ ਅਸੀਂ ਇੱਥੇ ਸਿਰਫ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਵਿੱਚ ਰੁੱਖ, ਮੌਸਮ, ਵਾਤਾਵਰਨ, ਕੁਦਰਤ ਦੇ ਮਨਮੋਹਣੇ ਸੰਦੇਸ਼ਮਈ ਅਲੰਕਾਰਾਂ, ਪ੍ਰਤੀਕਾਂ, ਬਿੰਬਾਂ ਦਾ ਹੀ ਉਲੇਖ ਕੀਤਾ ਹੈ। ਕਿਸ ਖੂਬਸੂਰਤੀ ਤੇ ਅਧਿਆਤਮਕ ਸੱਚਖੰਡ ਦੀ ਸ਼ਕਤੀ ਦੇ ਨਾਲ ਬਾਣੀ ਲਿਖ ਕੇ ਮਾਨਵਤਾ ਨੂੰ ਜ਼ਿੰਦਗੀ ਦੇ ਸਹੀ ਅਰਥ ਸਤਿਗੁਰੂ ਜੀ ਨੇ ਸਮਝਾਏ ਨੇ। ਆਪ ਫਰਮਾਉਂਦੇ ਨੇ, ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ, ਆਕਾਸੀ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜੈਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪਾਉਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ, ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 464 ਅੰਗ। ਤੇ ਲੇਖਕ ਇਸ ਜਿਹੜੀ ਬਾਣੀ ਦੀਆਂ ਤੁਕਾਂ ਸਾਡੇ ਸਨਮੁਖ ਕਰਦਾ ਹੈ, ਉਸ ਦਾ ਭਾਵ ਜਿਹੜਾ ਹੈ ਉਹ ਵੀ ਸਾਨੂੰ ਜਿਹੜਾ ਹੈ ਇਸ ਲੇਖ ਦੇ ਵਿੱਚ ਦੱਸਿਆ, ਜਿਹੜਾ ਕਿ ਬੜਾ ਹੀ ਸਮਝਣ ਦੇ ਲਈ ਫਾਇਦੇਮੰਦ ਹੈ। ਆਪ ਦੱਸਦੇ ਨੇ ਕਿ ਇਸ ਦਾ ਭਾਵ ਹੈ ਇਸ ਸ਼ਬਦ ਦਾ ਜੀਵਾਂ ਦਾ ਵੇਖਣਾ ਸੁਣਨਾ, ਵਾਹਿਗੁਰੂ ਦੇ ਡਰ ਵਿੱਚ ਰਹਿਣਾ, ਸੁਖ ਭੋਗਣੇ ਸਭ ਵਾਹਿਗੁਰੂ ਦੀ ਹੀ ਕੁਦਰਤ ਹੈ। ਪਾਤਾਲ ਆਕਾਸ਼ ਸਾਰੇ ਆਕਾਰਾਂ ਦੀ ਸਿਰਜਣਾ ਵਾਹਿਗੁਰੂ ਦੀ ਹੀ ਕੁਦਰਤ ਹੈ। ਧਾਰਮਿਕ ਗ੍ਰੰਥਾਂ ਦੀ ਰਚਨਾ ਹੋਈ ਤੇ ਇਹਨਾਂ ਦੇ ਵਿਚਾਰਾਂ ਦਾ ਫੈਲਾਅ ਹੋਣਾ ਵਾਹਿਗੁਰੂ ਤੇਰੀ ਹੀ ਕੁਦਰਤ ਹੈ। ਜੀਵਾਂ ਦਾ ਖਾਣ ਪੀਣ, ਕੱਪੜੇ ਆਦਿ ਪਾਉਣ ਦੇ ਢੰਗ ਤਰੀਕੇ ਤੇ ਤਰ੍ਹਾਂ ਤਰ੍ਹਾਂ ਦੇ ਪ੍ਰੇਮ ਆਦਿ ਪਰਮਾਤਮਾ ਦੀ ਕੁਦਰਤ ਦਾ ਹੀ ਹਿੱਸਾ ਨੇ। ਅਨੇਕਾਂ ਨਸਲਾਂ, ਜਿਨਸਾਂ, ਰੰਗਾਂ ਅਨੁਸਾਰ ਜੀਵਾਂ ਦੀ ਸਿਰਜਣਾ, ਸੰਸਾਰ ਵਿੱਚ ਨੇਕੀਆਂ ਬਦੀਆਂ, ਅਨੇਕਾਂ ਮਾਣ ਮਰਜ਼ਾਦਾ, ਅਨੇਕਾਂ ਤਰ੍ਹਾਂ ਦੇ ਹੰਕਾਰ, ਤੇ ਫਿਰ ਹਵਾ ਪਾਣੀ ਅੱਗ ਧਰਤੀ ਦੀ ਬਣਤਰ ਆਦਿ। ਹੇ ਵਾਹਿਗੁਰੂ, ਸਭ ਤੇਰੀ ਹੀ ਕੁਦਰਤ ਹੈ ਤੇ ਤੂੰ ਇਸ ਕੁਦਰਤ ਦਾ ਕਰਤਾ ਮਾਲਕ ਹੈ ਤੇ ਤੇਰੀ ਵਡਿਆਈ ਬੜੀ ਪਾਕ ਤੇ ਪਵਿੱਤਰ ਹੈ। ਇਹ ਸਾਰਾ ਕੁਝ ਤੇਰੇ ਹੁਕਮ ਦੇ ਅੰਦਰ ਹੀ ਹੋ ਰਿਹਾ ਹੈ ਤੇ ਤੂੰ ਸਾਰੇ ਵਰਤਾਰੇ ਨੂੰ ਇਕੱਲਾ ਖੁਦ ਹੀ ਦੇਖ ਰਿਹਾ ਹੈ ਤੇ ਸੰਭਾਲ ਕਰ ਰਿਹਾ ਹੈ। ਤੇ ਇਹਦੇ ਵਿੱਚ ਸਤਿਗੁਰੂ ਜੀ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਵਾਹਿਗੁਰੂ ਕਣ ਕਣ, ਪਰਮਾਤਮਾ ਕਣ ਕਣ ਦੇ ਵਿੱਚ ਬਿਰਾਜਮਾਨ ਹੈ ਤੇ ਕੁਦਰਤ ਦੀ ਸਾਰੀ ਹੋਂਦ ਉਸ ਦੀ ਕਿਰਪਾ ਸਦਕੇ ਹੀ ਹੈ। ਮਨੁੱਖ ਨੂੰ ਕੁਦਰਤ ਦੇ ਨਿਯਮਾਂ
ਦੇ ਅਨੁਸ਼ਾਸਨ ਤੋਂ ਸਬਕ ਲੈਣਾ ਚਾਹੀਦਾ ਹੈ। ਕੁਦਰਤ ਦਾਨ ਕਰਦੀ ਹੈ, ਦਾਨ ਲੈਂਦੀ ਨਹੀਂ। ਆਕਾਸ਼, ਧਰਤੀ, ਪਾਣੀ, ਹਵਾ, ਅੱਗ ਆਦਿ ਮਨੁੱਖ ਨੂੰ ਦਾਨ ਕਰਦੇ ਨੇ। ਮਨੁੱਖ ਨੂੰ ਵੀ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਜਾ ਕੇ ਰੁੱਖ ਬਿਰਖ ਆਰਾਓ, ਜੇਹੀ ਧਾਤ ਤੇਹਾ ਤਿਨ ਨਾਓ। ਫੁੱਲ ਭਾਓ, ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 25। ਭਾਵ ਕਿ ਜਿਸ ਮਾਲੀ ਨੇ ਰੁੱਖ, ਦਰਖਤ, ਬੂਟੇ ਲਗਾਏ ਹੁੰਦੇ ਨੇ, ਉਹੀ ਉਹਨਾਂ ਨੂੰ ਸੰਵਾਰਦਾ ਹੈ ਤੇ ਜਿਸ ਤਰ੍ਹਾਂ ਦੇ ਬੂਟੇ ਦਾ ਜੀਵਨ ਹੁੰਦਾ ਹੈ, ਉਸੇ ਹਿਸਾਬ ਦੇ ਨਾਲ ਉਸ ਦਾ ਨਾਮ ਪੈ ਜਾਂਦਾ ਹੈ। ਮਨੁੱਖ ਦੇ ਜੀਵਨ ਦੇ ਜਿਸ ਤਰ੍ਹਾਂ ਦੇ ਫੁੱਲ ਹੁੰਦੇ ਨੇ, ਉਸੇ ਹੀ ਹਿਸਾਬ ਦੇ ਨਾਲ ਉਸ ਦਾ ਫਲ ਪੈਂਦਾ ਹੈ। ਜੋ ਕਰਮ ਕਰੇ, ਉਸੇ ਹਿਸਾਬ ਦੇ ਨਾਲ ਫਲ ਮਿਲੇਗਾ। ਮਨੁੱਖ ਜੋ ਬੀਜਦਾ ਹੈ, ਉਸ ਦਾ ਹੀ ਫਲ ਉਸ ਨੂੰ ਖਾਣਾ ਪੈਂਦਾ ਹੈ। ਤੇਰੇ ਵਿੱਚ ਸੰਦੇਸ਼ ਸਤਿਗੁਰੂ ਜੀ ਦੇ ਰਹੇ ਨੇ, ਮਨੁੱਖ ਨੂੰ ਚੰਗੇ ਮਾੜੇ ਕਰਮਾਂ ਦਾ ਹਿਸਾਬ ਨਾਲ ਸਭ ਕੁਝ ਮਿਲਦਾ ਹੈ। ਆਦਮੀ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ, ਉਸ ਨੂੰ ਫਲ ਵੀ ਉਸੇ ਤਰ੍ਹਾਂ ਦਾ ਹੀ ਮਿਲਦਾ ਹੈ। ਮਨੁੱਖ ਨੇਕ ਕਰਮ ਕਰੇ। ਸਤਿਗੁਰੂ ਜੀ ਫਰਮਾਉਂਦੇ ਨੇ ਅੱਗੇ, ਸੋਇਨੇ ਕਾ ਬਿਰਖ ਪਤ ਪਤਰਾਲਾ, ਫੁੱਲ ਜਵੇਹਰ ਲਾਲ। ਤਿਤ ਫਲ ਰਤਨ ਲਗਹਿ, ਮੁਖ ਭਾਖਿਤ ਹਿਰਦੈ ਹਿਰਦੈ ਨਿਹਾਲ। ਨਾਨਕ ਕਰਮ ਹੋਵੈ ਮੁਖ ਮਸਤਕ, ਲਿਖਿਆ ਹੋਵੈ ਲੇਖ। ਅਠ ਸਠ ਤੀਰਥ ਗੁਰ ਕੀ ਚਰਣੀ, ਪੂਜੈ ਸਦਾ ਬਸੇਖ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 147 ਅੰਗ। ਭਾਵ ਕਿ ਗੁਰੂ ਇੱਕ ਰੁੱਖ ਹੈ ਜਿਸ ਦੇ ਪੱਤੇ ਮੂੰਗ ਦੇ ਨੇ ਤੇ ਫੁੱਲ ਜਵਾਹਰ ਲਾਲ ਹਨ। ਅਮੋਲਕ ਬਚਨ ਫਲ ਹਨ। ਇਸ ਕਰਕੇ ਗੁਰੂ ਦੇ ਬਚਨਾਂ ਨੂੰ ਹੀ ਹਿਰਦੇ ਦੇ ਅੰਦਰ ਰੱਖ ਲੈ ਤੇ ਮੂੰਹ ਮੱਥੇ ਉੱਤੇ ਸ਼ੁੱਧ ਕਰਮ ਹੋਵੇ ਤਾਂ ਗੁਰੂ ਦੇ ਚਰਨਾਂ ਵਿੱਚ ਹੀ 64 ਤੀਰਥ ਸਮਝ ਵਿਸ਼ੇਸ਼ ਜਾਣ। ਤੇ ਸਤਿਗੁਰੂ ਜੀ ਇੱਥੇ ਇਹ ਸੰਦੇਸ਼ ਦੇ ਰਹੇ ਨੇ, ਤੀਰਥਾਂ ਆਦਿ ਤੇ ਜਾਣ ਨਾਲੋਂ ਚੰਗਾ ਹੈ ਗੁਰੂ ਦੇ ਚਰਨਾਂ ਨੂੰ ਹੀ ਸਭ ਕੁਝ ਸਮਝ। ਗੁਰੂ ਦੀ ਭਗਤੀ ਨਾਲ, ਵਾਹਿਗੁਰੂ ਦੀ ਸਾਧਨਾ ਦੇ ਨਾਲ ਜੁੜਨ ਵਾਲੇ ਮਨੁੱਖ ਨੂੰ ਹੀ ਸੱਚਾ ਮਾਰਗ ਲੱਭਦਾ ਹੈ। ਭਟਕਣਾ ਮਨੁੱਖ ਲਈ ਗਿਰਾਵਟ ਹੈ। ਗੁਰੂ ਸਾਹਿਬ ਜੀ ਨੇ ਗੁਰੂ ਨੂੰ ਰੁੱਖ ਵਾਂਗ, ਕੁਦਰਤ ਦੀ ਕਿਰਪਾ ਵਾਂਗ ਦੱਸਿਆ ਹੈ। ਮਨੁੱਖ ਵਹਿਮਾਂ ਭਰਮਾਂ ਦੇ ਵਿੱਚ ਨਾ ਪਵੇ, ਇਹ ਸੰਦੇਸ਼ ਹੈ ਸਤਿਗੁਰੂ ਜੀ ਦਾ। ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 8। ਪਰਮਾਤਮਾ ਦੀ ਉਸਤਤ ਤਾਂ ਹਵਾ, ਪਾਣੀ, ਅੱਗ ਵੀ ਗਾਉਂਦੇ ਨੇ। ਰਾਜੇ ਮਹਾਰਾਜੇ ਧਰਮ ਸਥਾਨਾਂ ਤੇ ਉਸ ਦੀ ਮਹਿਮਾ ਗਾਉਂਦੇ ਨੇ। ਤੇ ਸਤਿਗੁਰੂ ਜੀ ਇਸ ਦੇ ਵਿੱਚ ਉਪਦੇਸ਼ ਇਹ ਦੇ ਰਹੇ ਨੇ, ਸੰਦੇਸ਼ ਇਹ ਦੇ ਰਹੇ ਨੇ, ਮਨੁੱਖ ਨੂੰ ਵੀ ਕੁਦਰਤ ਦੀ ਉਸਤਤ ਕਰਨੀ ਚਾਹੀਦੀ ਹੈ। ਉਸ ਦੀ ਮਰਜ਼ਾਦਾ ਵਿੱਚ ਰਹਿਣਾ ਚਾਹੀਦਾ ਹੈ ਤੇ ਪਰਮਾਤਮਾ ਦਾ ਨਾਮ ਜਪੇ ਜਿਸ ਨੇ ਸਾਰੀ ਸ੍ਰਿਸ਼ਟੀ ਥਾਪੀ ਹੈ। ਸਤਿਗੁਰੂ ਜੀ ਇਸੇ ਤਰ੍ਹਾਂ ਅੰਗ 11 ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੇ ਫਰਮਾਉਂਦੇ ਨੇ, ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸੇ ਕਾ ਜਾਣ ਹੋਈ। ਉਹ ਵਾਹਿਗੁਰੂ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਅਤੇ ਪਾਲਣਹਾਰ ਹੈ, ਜੋ ਪਰਮਾਤਮਾ ਦੇ ਗੁਣ ਗਾਉਂਦਾ ਹੈ, ਜਿਸ ਨੇ ਸਭ ਨੂੰ ਜਨਮ ਦਿੱਤਾ ਹੈ, ਉਸ ਨੂੰ ਉਸ ਦਾ ਹੀ ਆਸਰਾ ਹੈ। ਸਤਿਗੁਰੂ ਜੀ ਇਹ ਸੰਦੇਸ਼ ਦੇ ਰਹੇ ਨੇ ਕਿ ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਰਚੀ ਹੈ, ਸਭ ਦਾ ਪਾਲਣਹਾਰ ਹੈ, ਉਸ ਨੂੰ ਮਨੁੱਖ ਸਦਾ ਯਾਦ ਰੱਖੇ ਤੇ ਉਹਦੇ ਨਾਮ ਵਿੱਚ ਸਾਧਨਾ ਲੀਨ ਰਹੇ, ਤਾਂ ਹੀ ਮਨੁੱਖੀ ਜਨਮ ਸਫਲ ਹੋ ਸਕਦਾ ਹੈ। 818 ਅੰਗ ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਧਰਮ ਭੂਮ ਸਤ ਬੀਜ ਕਰ, ਐਸੀ ਕਿਰਸ ਕਮਾਵੋ। ਤਾਂ ਵਾਪਾਰੀ ਜਾਣੀਓ, ਲਾਹਾ ਲੈ ਜਾਵੋ। ਧਰਮ ਨੂੰ ਧਰਤੀ ਦੀ ਤਰ੍ਹਾਂ ਬਣਾਓ, ਸਚਾਈ ਨੂੰ ਬੀਜ ਦੀ ਤਰ੍ਹਾਂ ਬਣਾ ਕੇ ਇਸ ਤਰ੍ਹਾਂ ਦੀ ਖੇਤੀ ਕਰੋ ਤਾਂ ਉਸ ਪ੍ਰਭੂ ਦੇ ਨਾਮ ਨੂੰ ਸਮਝ ਜਾਓਗੇ। ਭਾਵ ਕਿ ਸੰਦੇਸ਼ ਹੈ ਸਤਿਗੁਰੂ ਜੀ ਦਾ, ਮਨੁੱਖ ਨੂੰ ਖੂਬਸੂਰਤ ਪ੍ਰਤੀਕਾਂ ਦੇ ਨਾਲ ਸਮਝਾਇਆ ਗਿਆ ਹੈ ਕਿ ਧਰਤੀ ਵਰਗਾ ਧਰਮ ਹੋਵੇ
ਧਰਮ ਦਾਨੀ ਹੋਵੇ, ਨਿਰਸੁਆਰਥ ਹੋਵੇ, ਬਸ ਦੇਵੇ ਹੀ ਦੇਵੇ, ਲਵੇ ਕੁਝ ਨਾ। ਸੱਚ ਵਰਗਾ ਧਰਮ ਹੋਵੇ, ਧਰਤੀ ਵਾਂਗ ਇਸ ਦੀ ਪੂਜਾ ਹੋਵੇ, ਧਰਤੀ ਵਰਗੀ ਸਹਿਣਸ਼ੀਲਤਾ ਹੋਵੇ। ਸੱਚਾਈ ਨੂੰ ਬੀਜ ਦੀ ਤਰ੍ਹਾਂ ਸਮਝ, ਜਿਸ ਤਰ੍ਹਾਂ ਬੀਜ ਧਰਤੀ ਚੋਂ ਉੱਗ ਕੇ ਹਰਿਆਵਲ ਦਿੰਦਾ ਹੈ, ਮਨੁੱਖ ਤੂੰ ਵੀ ਇਸੇ ਤਰ੍ਹਾਂ ਬਣ। ਇਸ ਤਰ੍ਹਾਂ ਦੀ ਕਰਮ ਰੂਪੀ ਧਰਤੀ ਕਰ, ਮਾਫ ਕਰਨਾ, ਇਸ ਤਰ੍ਹਾਂ ਦੀ ਕਰਮ ਰੂਪੀ ਖੇਤੀ ਕਰ, ਤਾਂ ਤੇਰਾ ਕਰਮ ਸੁਧ ਸੁਖਦਾਇਕ ਹੋਵੇਗਾ। ਏਕੋ ਅੰਮ੍ਰਿਤ ਵਿਰਖ ਹੈ, ਫਲ ਅੰਮ੍ਰਿਤ ਹੋਈ, ਅੰਮ੍ਰਿਤ ਫਲ ਜਿਨੀ ਚਾਖਿਆ, ਸੱਚ ਰਹੇ ਅਗਾਈ। 421 ਅੰਗ। ਅੰਮ੍ਰਿਤ ਦਾ ਰੁੱਖ ਇੱਕ ਹੀ ਹੈ, ਜਿਸ ਦਾ ਫਲ ਵੀ ਅੰਮ੍ਰਿਤ ਵਰਗਾ ਹੈ। ਜੋ ਸੱਚ ਨਾਲ ਰੱਜ ਗਏ ਨੇ, ਜਿਨ੍ਹਾਂ ਨੇ ਅੰਮ੍ਰਿਤ ਫਲ ਦਾ ਸਵਾਦ ਚੱਖਿਆ ਹੈ, ਉਹਨਾਂ ਨੂੰ ਅਗਿਆਨ ਨਹੀਂ ਤੇ ਨਾ ਹੀ ਕਿਸੇ ਤਰ੍ਹਾਂ ਮਤਭੇਦ ਜਾਂ ਫਰਕ ਹੈ। ਪਰਮਾਤਮਾ ਨਾਲ ਰਸਨਾ ਰੰਗੀ ਗਈ ਹੈ, ਭਾਵ ਜੋ ਮਨੁੱਖ ਉਸ ਦੇ ਸੱਚੇ ਨਾਮ ਦੇ ਨਾਲ ਜੁੜ ਜਾਂਦੇ ਨੇ, ਉਹਨਾਂ ਵਿੱਚ ਛੋਟਾ ਵੱਡਾ, ਉੱਚਾ ਨੀਵਾਂ ਕੁਝ ਨਹੀਂ ਰਹਿ ਜਾਂਦਾ। ਉਹ ਮਨੁੱਖ ਹਰੀ ਦੇ ਨਾਮ ਵਿੱਚ ਰੰਗੇ ਜਾਂਦੇ ਨੇ। ਤੇ ਸਤਿਗੁਰੂ ਜੀ ਸੰਦੇਸ਼ ਇਹ ਦੇ ਰਹੇ ਨੇ, ਜੋ ਸਾਧਕ, ਜੋ ਮਨੁੱਖ ਉਸ ਪਰਮਾਤਮਾ ਨਾਲ ਇੱਕਮਿਕ ਹੋ ਗਿਆ ਹੈ, ਉਹ ਧੰਨ ਪੁਰਸ਼ ਹੈ। ਉਸ ਨੂੰ ਫਿਰ ਕੋਈ ਵੀ ਫਰਕ ਨਜ਼ਰ ਨਹੀਂ ਆਉਂਦਾ, ਸਭ ਬਰਾਬਰ ਨਜ਼ਰ ਆਉਂਦੇ ਨੇ। ਮਨੁੱਖ ਨੂੰ ਸੱਚ ਦੇ ਰਸਤੇ ਤੇ ਚੱਲ ਕੇ ਮਾਨਵਤਾ ਨੂੰ ਪਿਆਰ ਕਰਨਾ ਚਾਹੀਦਾ ਹੈ। ਤੇ ਅਗਲੀਆਂ 17 ਜਿਹੜੀਆਂ ਨੇ, ਅਗਲੀਆਂ ਤੁਕਾਂ ਨੇ, ਉਹ 470 ਤੋਂ 470 ਅੰਗ ਤੋਂ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਡੇ ਨਾਲ ਲੇਖਕ ਨੇ ਸਾਂਝੀਆਂ ਕੀਤੀਆਂ ਨੇ। ਸਿਮਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ, ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਵਕ ਵਕੇ, ਕੰਮ ਨਾ ਆਵੇ ਪਤ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਗੁਰੂ ਸਾਹਿਬ ਜੀ ਨੇ ਕਿੰਨੀ ਖੂਬਸੂਰਤ ਤਸ਼ਬੀਹ ਦੇ ਨਾਲ ਮਨੁੱਖ ਨੂੰ ਸਮਝਾਇਆ ਹੈ। ਸਿਮਲ ਦਾ ਰੁੱਖ ਸਿੱਧਾ, ਲੰਮਾ ਤੇ ਗੁੱਛੇਦਾਰ ਹੁੰਦਾ ਹੈ। ਇਸ ਉੱਪਰ ਜੇਕਰ ਕੋਈ ਆਸ ਕਰਕੇ ਕੋਈ ਜਾਨਵਰ ਆ ਕੇ ਬੈਠ ਜਾਂਦਾ ਹੈ, ਪੰਛੀ, ਤੇ ਉਹ ਨਿਰਾਸ਼ ਹੋ ਕੇ ਜਾਂਦਾ ਹੈ, ਕਿਉਂਕਿ ਇਸ ਦੇ ਫਲ ਫਿੱਕੇ ਨੇ, ਫੁੱਲ ਵਕ-ਵਕੇ ਨੇ ਤੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਸਤਿਗੁਰੂ ਜੀ ਇੱਥੇ ਸੰਦੇਸ਼ ਦੇ ਰਹੇ ਨੇ ਕਿ ਕੱਦ ਕਾਠ ਤੇ ਉੱਚੇ ਵਿਅਕਤੀ ਕੋਲ ਜੇ ਗੁਣ ਨਹੀਂ ਤਾਂ ਉਹ ਕਿਸੇ ਕੰਮ ਨਹੀਂ ਆਉਂਦਾ, ਉਹ ਬੇਕਾਰ ਹੈ। ਸਮਾਜ ਵਿੱਚ ਉਸ ਦੀ ਕੋਈ ਕਦਰ ਨਹੀਂ। ਜਿਸ ਦਾ ਸੁੱਖ ਕੋਈ ਨਹੀਂ, ਉਹ ਵਿਅਕਤੀ ਵੀ ਕੀ ਹੈ, ਨੀਵੀਂ ਚੀਜ਼ ਮਿੱਠੀ ਹੈ ਤੇ ਉਸ ਦੇ ਵਿੱਚ ਚੰਗਿਆਈ ਦੇ ਤੱਤ ਵੀ ਹੁੰਦੇ ਨੇ। ਨੀਵੇਂ ਭਾਵ ਕਿ ਨਿਮਰਤਾ ਦੇ ਗੁਣਾਂ ਵਾਲੇ ਇਨਸਾਨ ਦੇ ਵਿੱਚ ਚੰਗਿਆਈ ਦੇ ਸਾਰੇ ਤੱਤ ਹੁੰਦੇ ਨੇ। ਤੇ ਸਤਿਗੁਰੂ ਜੀ ਜਿਹੜਾ ਹੈ ਅੱਗੇ ਜਿਹੜਾ ਹੈ ਉਹਨਾਂ ਲੇਖਕ ਨੇ ਜਿਹੜੀਆਂ ਸਾਡੇ ਨਾਲ 17 ਕੀਤੀਆਂ ਨੇ ਸਾਂਝੀਆਂ। ਗगन में थाल रब, चंद दीपक बने, तारिका मंडल जनक मोती, धूप मलयान लो, पवन चबरो करे, सगल बनराए फूलंत ज्योति। श्री गुरु ग्रंथ साहिब जी महाराज अंग 663। ਭਾਵ ਕਿ ਅਸਮਾਨ ਰੂਪੀ ਥਾਲ ਹੈ, ਜਿਹਦੇ ਵਿੱਚ ਸੂਰਜ, ਚੰਨ, ਦੀਵੇ ਧਰੇ ਹੋਏ ਨੇ ਅਤੇ ਤਾਰਿਆਂ ਦੇ ਸਮੂਹ ਮੋਤੀ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁਦਰਤ ਦਾ ਸੋਹਣਾ ਚਿੱਤਰਨ ਆਰਤੀ ਦੇ ਰੂਪ ਵਿੱਚ ਕੀਤਾ ਹੈ। ਇਸ ਆਰਤੀ ਦੇ ਵਿੱਚ ਇੰਨੇ ਸ਼ਕਤੀਸ਼ਾਲੀ ਸ਼ਬਦ ਨੇ ਜਿਸ ਨਾਲ ਵਾਤਾਵਰਨ ਤੇ ਮਾਨਵ ਦਾ ਹਿਰਦਾ ਸ਼ਾਂਤਮਈ ਤੇ ਅਧਿਆਤਮਕ ਹੋ ਜਾਂਦਾ ਹੈ, ਕੁਦਰਤ ਨਾਲ ਓਤ-ਪੋਤ ਹੋ ਜਾਂਦਾ ਹੈ। ਇਸ ਆਰਤੀ ਦੇ ਨਾਲ ਮਾਨਵਤਾ ਤੇ ਵਾਤਾਵਰਨ ਸ਼ੁੱਧ ਹੁੰਦੇ ਨੇ। ਇਸ ਦੇ ਵਿੱਚ ਇੰਨੇ ਸ਼ਕਤੀਸ਼ਾਲੀ ਸ਼ਬਦ ਨੇ ਕਿ ਉਹਨਾਂ ਦੀ ਖੁਸ਼ਬੂ ਦੇ ਨਾਲ, ਉਹਨਾਂ ਦੇ ਉਚਾਰਨ ਦੇ ਨਾਲ ਸਭ ਕੁਝ ਸ਼ੁੱਧ ਹੋ ਜਾਂਦਾ ਹੈ। ਮਨੁੱਖ ਨੂੰ ਕੁਦਰਤ ਵਾਂਗ ਵਿਚਰਨਾ ਚਾਹੀਦਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਉਪਦੇਸ਼ ਦਿੰਦੇ ਨੇ। ਤੇ ਆਓ ਇਹੀ ਆਰਤੀ ਦਾ ਸ਼ਬਦ ਜਿਹੜਾ ਹੈ ਅਸੀਂ ਸਰਵਣ ਕਰਦੇ ਹਾਂ। कैसी आरती होए, कैसी आरती होए, कैसी आरती होए, कैसी आरती होए।
ਖੰਡਨਾ ਤੇਰੀ ਆਰਤੀ ਭਵ ਖੰਡਨਾ ਤੇਰੀ ਆਰਤੀ ਕੈਸੀ ਆਰਤੀ ਹੋਏ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਭਵ ਖੰਡਨਾ ਤੇਰੀ ਆਰਤੀ ਕੈਸੀ ਆਰਤੀ ਹੋਏ ਕੈਸੀ ਆਰਤੀ ਹੋਏ ਗगन में थाल रव चंद दीपक बने गगन में थाल रव चंद दीपक बने तारका मंडल जनक मोती तारका मंडल जनक मोती धूप मल आन लो पवन चवरो करे धूप मल आन लो पवन चवरो करे सगल बन राय फुलंत ज्योति सगल बन राय फुलंत ज्योति कैसी आरती होए कैसी आरती होए भव खंडना तेरी आरती भव खंडना तेरी आरती कैसी आरती होए कैसी आरती होए सहस तब नैन नानक नैन है तोरे को सहस तब नैन नानक नैन है तोरे को सहस मूरत नला एक तो ही सहस मूरत नला एक तो ही सहस पद बिमल नन एक पद गंध बिन सहस पद बिमल नन एक पद गंध बिन सहस तव गंध इव चलत मोही सहस तव गंध इव चलत मोही कैसी आरती होए कैसी आरती होए भव खंडना तेरी आरती भव खंडना तेरी आरती कैसी आरती होए कैसी आरती होए सब में जोत जोत है सोए सब में जोत जोत है सोए तिसके चानन सब में है चानन होए तिसके चानन सब में है चानन होए गुर साखी जोत प्रगट होए
ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ। ਭਵ ਖੰਡਨਾ ਤੇਰੀ ਆਰਤੀ, ਭਵ ਖੰਡਨਾ ਤੇਰੀ ਆਰਤੀ। ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਅਨ ਦਿਨੋ ਮੋਹੇ ਆਹੀ ਪਿਆਸਾ, ਅਨ ਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਕਿਰਪਾ ਜਲ ਦੇ ਨਾਨਕ ਸਾਰੰਗ ਕੋ। ਹੋਏ ਜਾਤੇ ਤੇਰੇ ਨਾਮ ਵਾਸਾ, ਹੋਏ ਜਾਤੇ ਤੇਰੇ ਨਾਮ ਵਾਸਾ। ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ। ਭਵ ਖੰਡਨਾ ਤੇਰੀ ਆਰਤੀ, ਭਵ ਖੰਡਨਾ ਤੇਰੀ ਆਰਤੀ। ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ। ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ। ਭਵ ਖੰਡਨਾ ਤੇਰੀ ਆਰਤੀ, ਭਵ ਖੰਡਨਾ ਤੇਰੀ ਆਰਤੀ। ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ। ਹਾਂਜੀ, ਇਹ ਸਨ ਭਾਈ ਗੁਰਮੇਜ ਸਿੰਘ ਜੀ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਅਸੀਂ ਜਿਹੜਾ ਲੇਖ ਸ਼ੁਰੂ ਕੀਤਾ ਹੈ ਉਸ ਨੂੰ ਅੱਗੇ ਵਧਾਉਂਦੇ ਹਾਂ ਕਿ ਕੁਦਰਤ ਦੇ ਜਿਹੜੇ ਨਾਲ ਉਦਾਹਰਨਾਂ ਦੇ ਕੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਕਿਵੇਂ ਸਮਝਾਇਆ ਹੈ। ਤੇ ਲੇਖਕ ਜਿਹੜਾ ਹੈ ਅੱਗੇ ਇਹ ਸਾਡੇ ਸਨਮੁਖ ਤੁਕਾਂ ਕਰਦਾ ਹੈ, ਜਿਹੜੀਆਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ 839 ਅੰਗ ਤੋਂ ਇਹ ਤੁਕਾਂ ਸਾਡੇ ਸਨਮੁਖ ਕੀਤੀਆਂ ਨੇ ਲੇਖਕ ਨੇ। ਪਾਉਣ ਪਾਣੀ ਅਗਨੀ ਬਿਸਰਾਓ, ਤਹੀ ਨਿਰੰਜਨ ਸਾਚੋ ਨਾਓ। ਹਵਾ ਪਾਣੀ ਅੱਗ ਵਰਗੀਆਂ ਚੀਜ਼ਾਂ ਨੂੰ ਵਿਸਾਰ ਦਿਓ, ਭਾਵ ਕਿ ਇਹਨਾਂ ਦੇ ਸੁਭਾਅ ਜਿਹੜੇ ਨੇ ਉਹਨਾਂ ਨੂੰ ਤਿਆਗਣ ਤੇ ਦੀ ਗੱਲ ਕੀਤੀ ਗਈ ਹੈ। ਭਟਕਣ ਨੂੰ ਵਿਸਾਰ ਦਿਓ, ਤਾਂ ਹੀ ਤੁਸੀਂ ਪਾਓਗੇ ਕਿ ਉੱਥੇ ਹਰੀ ਦਾ ਸੱਚਾ ਨਾਮ ਵਸਦਾ ਹੈ। ਸਤਿਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਨੇ, ਮਨੁੱਖ ਆਪਣੀਆਂ ਇੱਛਾਵਾਂ ਨੂੰ ਕਾਬੂ ਦੇ ਵਿੱਚ ਰੱਖੇ ਤਾਂ ਹੀ ਸੁੱਖ ਪ੍ਰਾਪਤ ਹੋ ਸਕਦਾ ਹੈ। ਕਿਰਤ ਨੂੰ ਛੱਡ ਕੇ ਕਰਤੇ ਦੀ ਯਾਦ ਰੱਖੇ। ਕਿਰਤ ਜਿਹੜੀ ਦੁਨੀਆ ਦੇ ਵਿੱਚ ਜੋ ਚੀਜ਼ਾਂ ਦਿਸਦੀਆਂ ਨੇ ਉਸ ਪਰਮਾਤਮਾ ਦੀਆਂ ਨੇ। ਅਸੀਂ ਉਹਦੀ ਕਿਰਤ ਦੇ ਨਾਲ ਜੁੜ ਜਾਂਦੇ ਹਾਂ ਤੇ ਜਿਹਨੇ ਉਹ ਬਣਾਈਆਂ ਨੇ ਉਹਨੂੰ ਭੁੱਲ ਜਾਂਦੇ ਹਾਂ। ਅੱਗੇ ਲੇਖਕ ਨੇ ਜਿਹੜੀਆਂ ਸਾਨੂੰ ਤੁਕਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਹ ਇਸ ਤਰ੍ਹਾਂ ਨੇ। ਫਲੋ ਹਾਰ ਕੀਏ ਫਲ ਜਾਏ, ਰਸ ਕਸ ਖਾਏ ਸਾਧ ਗਵਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 840 ਅੰਗ। ਭਾਵ ਕਿ ਕਈ ਨਿਰੇ ਫਲ ਹੀ ਖਾਂਦੇ ਨੇ, ਪਰ ਇਸ
ਵਰਤ ਦਾ ਫਲ ਨਹੀਂ ਮਿਲਦਾ। ਕਈ ਰਸਦਾਰ ਚੀਜ਼ਾਂ, ਸੁਆਦੀ ਚੀਜ਼ਾਂ ਖਾਂਦੇ ਨੇ, ਪਰ ਫਿਰ ਵੀ ਆਪਣਾ ਸਵਾਦ ਗਵਾ ਲੈਂਦੇ ਨੇ। ਤੇ ਸਤਿਗੁਰੂ ਜੀ ਸੰਦੇਸ਼ ਇਹ ਦੇ ਰਹੇ ਨੇ, ਹਰੀ ਪ੍ਰਭੂ ਦਾ ਨਾਮ ਲੈਣ ਵਾਲੇ ਮਹਾਂਪੁਰਸ਼ਾਂ ਨੂੰ ਸਵਾਦਾਂ ਦਾ ਸ਼ੌਂਕ ਨਹੀਂ ਹੁੰਦਾ। ਉਹ ਤਾਂ ਹਰੀ ਦੇ ਨਾਮ ਦੇ ਵਿੱਚ ਰੰਗੇ ਹੁੰਦੇ ਨੇ। ਸਵਾਦਾਂ ਤੋਂ ਉੱਪਰ ਸਰਬੋਤਮ ਸਵਾਦ ਹੈ ਹਰੀ ਸਿਮਰਨ। ਮਨੁੱਖ ਨੂੰ ਹਰੀ ਦੇ ਨਾਮ ਵਿੱਚ ਰੰਗੇ ਰਹਿਣਾ ਚਾਹੀਦਾ ਹੈ। ਸਵਾਦਾਂ ਤੋਂ ਉੱਪਰ ਉੱਠ ਕੇ ਚੰਗੇ ਕਰਮ ਕਰਨੇ ਚਾਹੀਦੇ ਨੇ। ਤੇ ਅਗਲੀਆਂ ਤੁਕਾਂ ਨੇ 840 ਅੰਗ ਤੋਂ ਹੀ, ਤੇਰਸ ਤਰਬਰ ਸਮੁੰਦ ਕਿਨਾਰੇ, ਅੰਮ੍ਰਿਤ ਮੂਲ ਸਿਖਰ ਲਿਵ ਤਾਰੈ। ਭਾਵ ਕਿ ਮਨੁੱਖ ਦੀ ਜ਼ਿੰਦਗੀ ਸਮੁੰਦਰ ਦੇ ਕੰਢੇ ਉੱਤੇ ਰੁੱਖ ਦੀ ਤਰ੍ਹਾਂ ਹੈ, ਜੋ ਛੇਤੀ ਹੀ ਉਖੜ ਕੇ ਪਾਣੀ ਦੇ ਵਿੱਚ ਡਿੱਗ ਪਵੇਗਾ, ਪਰ ਉਸ ਦੀ ਜੜ ਅਮਰ ਹੋ ਸਕਦੀ ਹੈ ਜੇ ਉਸ ਦੀ ਚੋਟੀ ਲਿਵ ਦੀ ਤਾਰ ਦੇ ਨਾਲ ਵੱਜੀ ਰਹੇ। ਸਤਿਗੁਰੂ ਜੀ ਸੰਦੇਸ਼ ਦੇ ਰਹੇ ਨੇ, ਇੱਕ ਸੁੰਦਰ ਪ੍ਰਤੀਕ ਦੱਸਦੇ ਨੇ ਕਿ ਮਨੁੱਖ ਜੇ ਪ੍ਰਭੂ ਦੇ ਨਾਲ ਜੁੜਿਆ ਰਵੇ ਤਾਂ ਉਸ ਦੀ ਜ਼ਿੰਦਗੀ ਸੰਵਰ ਸਕਦੀ ਹੈ। ਮਨੁੱਖ ਦੀ ਜ਼ਿੰਦਗੀ ਤਾਂ ਸਾਗਰ ਕੰਢੇ ਰੁੱਖ ਵਾਂਗ ਹੈ, ਕਦੀ ਹਨੇਰੀ, ਤੂਫਾਨ, ਝੱਖੜ, ਦੁੱਖ ਤਕਲੀਫਾਂ ਨਾਲ ਡਿੱਗ ਜਾਵੇਗਾ। ਇਸ ਲਈ ਹਰੀ ਨੂੰ ਯਾਦ ਰੱਖੋ ਤੇ ਮਾਨਵਤਾ ਦੇ ਕੰਮ ਆਵੋ। ਅਗਲੀਆਂ ਪੰਕਤੀਆਂ ਲੇਖਕ ਨੇ ਲਈਆਂ ਨੇ 877 ਅੰਗ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ। ਪਾਣੀ ਪ੍ਰਾਣ ਪਵਨ ਬੰਦ ਰਾਖੇ, ਚੰਦ ਸੂਰਜ ਮੁਖ ਦੀਏ, ਮਰਨ ਜੀਵਨ ਕੋ ਧਰਤੀ ਦੀਨੀ, ਏਤੇ ਗੁਣ ਬਿਸਰੇ। ਭਾਵ ਕਿ ਪ੍ਰਾਣਾਂ ਨੂੰ ਹਵਾ, ਪਾਣੀ ਆਦਿ ਦੇ ਵਿੱਚ ਬੰਨ੍ਹ ਕੇ ਰੱਖਿਆ ਗਿਆ ਹੈ। ਚੰਨ ਤੇ ਸੂਰਜ ਦੋ ਵੱਡੇ ਦੀਵੇ ਦਿੱਤੇ ਨੇ। ਧਰਤੀ ਦੇ ਬਹੁਤ ਉਪਕਾਰ ਨੇ ਜਿਸ ਦੇ ਨਾਲ ਮਰਨ ਜੀਵਨ ਜੁੜਿਆ ਹੋਇਆ ਹੈ। ਤੇ ਸਤਿਗੁਰੂ ਜੀ ਇਸ ਬਾਣੀ ਦੇ ਵਿੱਚ, ਇਹਨਾਂ ਸ਼ਬਦਾਂ ਦੇ ਵਿੱਚ ਸਾਨੂੰ ਸੰਦੇਸ਼ ਇਹ ਦੇ ਰਹੇ ਨੇ ਕਿ ਮਨੁੱਖ ਦੀ ਜ਼ਿੰਦਗੀ ਦੀ ਸਾਰੀ ਕਾਰਗੁਜ਼ਾਰੀ ਹਵਾ, ਪਾਣੀ, ਚੰਨ, ਸੂਰਜ ਤੇ ਨਾਲ ਹੈ। ਧਰਤੀ ਦੇ ਬਹੁਤ ਉਪਕਾਰ ਨੇ ਜਿਨ੍ਹਾਂ ਦੇ ਨਾਲ ਜੀਵਨ ਮਰਨ ਜੁੜਿਆ ਹੋਇਆ ਹੈ। ਮਨੁੱਖ ਨੂੰ ਪਾਣੀ, ਚੰਨ, ਸੂਰਜ, ਧਰਤੀ, ਹਵਾ ਨੂੰ ਨਮਸਕਾਰ ਕਰਨਾ ਚਾਹੀਦਾ ਹੈ, ਜਿਸ ਦੀ ਬਦੌਲਤ ਉਹ ਹੈ। ਉਸ ਪ੍ਰਭੂ ਦੀ ਬਦੌਲਤ ਜੀਵਨ ਹੈ ਜਿਸ ਨੂੰ ਸ਼ੁਭ ਅਮਲਾਂ, ਚੰਗੇ ਕਰਮਾਂ ਦੇ ਨਾਲ ਗੁਜ਼ਾਰਿਆ ਜਾਵੇ। ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਸਾਜਨ ਮਿਲੇ ਸਹਿਜ ਸੁਭਾਏ, ਹਰ ਸਿਉ ਪ੍ਰੀਤ ਬਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 1107। ਭਾਵ ਕਿ ਧੁਰ ਅੰਦਰ ਠੰਡ ਵਰਤ ਗਈ, ਗੁਰਬਾਣੀ ਰੂਪ ਅੰਮ੍ਰਿਤ ਦੇ ਬਸਣ ਦੇ ਨਾਲ, ਬੂੰਦ ਸੁਹਾਵਣੀ ਪੈਣ ਦੇ ਨਾਲ ਠੰਡ ਪੈ ਗਈ। ਹਰੀ ਦੇ ਨਾਲ ਇਸ ਤਰ੍ਹਾਂ ਮਿਲਾਪ ਹੈ ਜਿਸ ਤਰ੍ਹਾਂ ਸਾਜਣ ਦੇ ਮਿਲਣ ਵਾਂਗ। ਜਿਸ ਦੀ ਬਾਣੀ ਨਾਲ ਪ੍ਰੀਤ ਹੈ ਉਹ ਹੀ ਉਸ ਦੀ ਪ੍ਰਾਪਤੀ ਪਾਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਪਦੇਸ਼ ਕਰ ਰਹੇ ਨੇ। ਬਹੁਤ ਹੀ ਸੁੰਦਰ ਕੁਦਰਤੀ ਪ੍ਰਤੀਕ ਲੈ ਕੇ ਮਨੁੱਖ ਨੂੰ ਸਮਝਾਇਆ ਹੈ ਕਿ ਜਿਸ ਤਰ੍ਹਾਂ ਸੁਹਾਵਣੀ ਬੂੰਦ ਠੰਡ ਪਾ ਦਿੰਦੀ ਹੈ, ਹਰੀ ਦੇ ਨਾਮ ਦਾ ਨਾਮ ਵੀ ਇਵੇਂ ਹੀ ਹਿਰਦੇ ਵਿੱਚ ਠੰਡ ਪਾਉਂਦਾ ਹੈ। ਸੱਜਣ ਦੇ ਮਿਲਣ ਨਾਲ ਸੱਚੀ ਪ੍ਰੀਤ ਹੁੰਦੀ ਹੈ। ਇਵੇਂ ਹਰੀ ਦੇ ਦਰਸ਼ਨਾਂ ਨਾਲ ਮਨੁੱਖ ਦੀ ਅਧਿਆਤਮਕ ਤ੍ਰਿਪਤੀ ਹੋ ਜਾਂਦੀ ਹੈ। ਮਨੁੱਖ ਨੂੰ ਉਸ ਪ੍ਰਭੂ ਦੇ ਨਾਮ ਦੇ ਨਾਲ ਸੱਚਾ ਲਗਾਓ ਹੋਣਾ ਚਾਹੀਦਾ ਹੈ। ਅਗਲੀਆਂ ਪੰਕਤੀਆਂ ਨੇ, ਉਨ ਵਕਨ ਛਾਏ ਬਰਸ ਸੁਭਾਏ, ਮਨ ਤਨ ਪ੍ਰੇਮ ਸਿਖਾਵੇ, ਨਾਨਕ ਬਰਸੈ ਅੰਮ੍ਰਿਤ ਬਾਣੀ, ਕਰ ਕਿਰਪਾ ਘਰ ਆਵੇ। ਝੁਕ ਝੁਕ ਕੇ ਬੱਦਲ ਛਾਏ ਹੋਏ ਨੇ, ਵਰਖਾ ਸ਼ੋਭਮਾਨ ਹੋ ਰਹੀ ਹੈ। ਮਨ ਤਨ ਦੇ ਵਿੱਚ ਪ੍ਰੇਮ ਸਿਖਾਉਂਦਾ ਹੈ। ਕਿਰਪਾ ਹੋਣ ਤੇ ਉਹ ਹਰੀ ਮਨ ਦੇ ਵਿੱਚ ਆ ਜਾਂਦਾ ਹੈ। ਸਤਿਗੁਰੂ ਜੀ ਸੰਦੇਸ਼ ਦੇ ਰਹੇ ਨੇ, ਚਾਰੇ ਪਾਸੇ ਬੱਦਲ ਛਾਏ ਹੋਏ ਨੇ, ਬਾਰਿਸ਼ ਹੋ ਰਹੀ ਹੈ, ਮਨ ਸ਼ਾਂਤ ਪ੍ਰਸੰਨ ਹੈ, ਉਹ ਹਰੀ ਦਾ ਮਨ ਵਿੱਚ ਵਾਸਾ ਹੈ। ਇਸ ਤਰ੍ਹਾਂ ਸੁੰਦਰ ਬਾਰਿਸ਼ ਦਾ ਮਾਹੌਲ ਹੈ। ਜਿਵੇਂ ਕਿ ਉਦਾਹਰਨ ਦਿੱਤੀ ਹੈ ਸਤਿਗੁਰੂ ਜੀ ਨੇ, ਇਵੇਂ ਹੀ ਜਦੋਂ ਹਰੀ ਦੇ ਨਾਲ ਮੇਲ ਹੁੰਦਾ ਹੈ ਤੇ ਹਿਰਦੇ ਦੇ ਵਿੱਚ ਹਰੀ ਵਰਸਦਾ ਹੈ, ਉਸ ਦੇ ਨਾਮ ਦੇ ਨਾਲ ਠੰਡ ਵਰਤ ਜਾਂਦੀ ਹੈ ਤੇ ਮਨ ਨੂੰ ਸਕੂਨ ਮਿਲਦਾ ਹੈ।
ਅਗਲੀਆਂ ਪੰਕਤੀਆਂ ਲੇਖਕ ਨੇ ਲਈਆਂ ਨੇ 1108 ਅੰਗ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ। ਬੰਨ ਫੂਲੇ ਮੰਝ ਵਾਰ ਮੈਂ ਪਿਰ ਘਰ ਬਾਹੜੇ, ਪਿਰ ਘਰ ਨਹੀਂ ਆਵੈ ਧਨ ਕਿਉਂ ਸੁਖ ਪਾਵੈ, ਬਿਰਹਿ ਵਿਰੋਧ ਤਨ ਛੀਜੈ, ਕੋਕਿਲ ਅੰਬ ਸੁਹਾਵੀ ਬੋਲੇ, ਕਿਉਂ ਦੁਖ ਅੰਕ ਸਹੀਜੈ। ਭਵਰ ਭੁਵੰਤਾ ਫੂਲੀ ਡਾਲੀ, ਕਿਉਂ ਜੀਵਾਂ ਮਰ ਮਾਏ। ਬਾਹਰ ਦੇ ਇਲਾਕੇ ਦੇ ਵਿੱਚ ਜੰਗਲ ਫੁੱਲ ਪਵੇ, ਜੇ ਮਰੇ ਘਰ ਪਤੀ ਵਾਪਸ ਆਏ। ਜਿਸ ਤਰ੍ਹਾਂ ਮਾਰੂਥਲ ਵਿੱਚ ਉਜਾੜ ਵਿੱਚ ਜੰਗਲ ਹਰਿਆ ਭਰਿਆ ਹੋ ਜਾਂਦਾ ਹੈ ਤਾਂ ਬਹਾਰਾਂ ਹੀ ਬਹਾਰਾਂ ਆ ਜਾਂਦੀਆਂ ਨੇ, ਤਿਵੇਂ ਪਤੀ ਦੇ ਘਰ ਪੈਰ ਪਾਉਣ ਦੇ ਨਾਲ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਨੇ। ਵਿਛੋੜੇ ਕਰਕੇ ਸਰੀਰ ਟੁੱਟ ਰਿਹਾ ਹੈ, ਕਿਵੇਂ ਦੁੱਖ ਨੂੰ ਦਿਲ ਅੰਦਰ ਸਹਾਰਾਂ। ਅੰਬਾਂ ਉੱਤੇ ਕੋਇਲ ਸੋਹਣੇ ਬੋਲ ਕੂਕਦੀ ਹੈ, ਹੇ ਮਾਈ ਮੈਂ ਕਿਵੇਂ ਜੀਵਾਂ। ਭੌਰਾ ਫੁੱਲਾਂ ਲੱਦੀ ਠਾਹਣੀ ਉੱਤੇ ਘੁੰਮ ਰਿਹਾ ਹੈ। ਬਸੰਤ ਦੀ ਖੁਸ਼ੀ ਦਾ ਸੁੰਦਰ ਦ੍ਰਿਸ਼ ਵਰਣਨ ਕੀਤਾ ਹੈ ਸਤਿਗੁਰੂ ਜੀ ਨੇ, ਤੇ ਬਹੁਤ ਸਾਰੇ ਮਨਮੋਹਣੇ ਪ੍ਰਤੀਕਾਂ ਦੇ ਨਾਲ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ, ਸਮਝਾ ਰਹੇ ਨੇ। ਮਨੁੱਖ ਨੂੰ ਪ੍ਰਭੂ ਦੇ ਨਾਲ ਜੁੜਨ ਦੀ ਵਿਧੀ ਦੱਸ ਰਹੇ ਨੇ। ਪ੍ਰਭੂ ਦੇ ਮੇਲ ਦੇ ਨਾਲ ਹਿਰਦੇ ਦੇ ਜੰਗਲ ਹਰੇ ਭਰੇ ਹੋ ਜਾਂਦੇ ਨੇ। ਉਸ ਦੇ ਮਿਲਣ ਨਾਲ ਤ੍ਰਿਸ਼ਨਾਵਾਂ ਪੂਰੀਆਂ ਹੋ ਜਾਂਦੀਆਂ ਨੇ। ਪ੍ਰਭੂ ਦੇ ਨਾਮ ਵਿੱਚ ਅਥਾਹ ਸ਼ਕਤੀ ਹੈ। ਸਤਿਗੁਰੂ ਜੀ ਐਸਾ ਫਰਮਾ ਰਹੇ ਨੇ। 1108 ਅੰਗ ਤੋਂ ਇਹ ਪੰਕਤੀਆਂ ਜਿਹੜੀਆਂ ਨੇ ਲੇਖਕ ਸਾਡੇ ਸਨਮੁਖ ਕਰਦਾ ਹੈ। ਭਾਦੋਂ ਭਰਮ ਭੁੱਲੀ ਭਰ ਜੋਬਨ ਪਛਤਾਣੀ, ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ, ਬਰਸੈ ਨਿਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ ਪ੍ਰਿਯੋ ਪ੍ਰਿਯੋ ਚਬੇ ਬੋਹੀਆ, ਬੋਲੇ ਪਏ ਅੰਗਮ ਫਿਰ ਹੈ ਡਸੰਤੇ, ਮੱਛਰ ਡੰਗ ਸਾਹਿਰ ਭਰ ਸੋ ਭਰ, ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਛ ਚਲੋਂ ਗੁਰ ਆਪਣੇ, ਜੈ ਪ੍ਰਭ ਤੈ ਹੀ ਜਾਈਐ। ਭਾਦੋਂ ਮਾਹ ਦੇ ਵਿੱਚ ਬੱਦਲ ਧੜਾ ਧੜ ਆਉਂਦੇ ਨੇ, ਪਰ ਜਲਦੀ ਹੀ ਉੱਡ ਜਾਂਦੇ ਨੇ। ਇਹ ਮੌਸਮ ਹੋਰ ਹੀ ਤਰ੍ਹਾਂ ਦਾ ਹੈ ਤੇ ਭੁਲੇਖਾਮਈ ਹੁੰਦਾ ਹੈ। ਇਸੇ ਤਰ੍ਹਾਂ ਜੀਵਨ ਰੂਪੀ ਇਸਤਰੀ ਵੀ ਭਰਮ ਵਿੱਚ ਭੁੱਲੀ ਹੋਈ ਆਪਣੇ ਹਾਰ ਸ਼ਿੰਗਾਰ ਵਿੱਚ ਲੱਗੀ ਹੋਈ ਹੈ। ਚਾਰ ਚਫੇਰੇ ਜਲ ਥਲ ਪਾਣੀ ਦੇ ਨਾਲ ਭਰੇ ਤੇ ਮੌਜ ਮੰਨਣ ਵਾਲੀ ਬਾਰਿਸ਼ ਦੀ ਰੁੱਤ ਹੈ। ਕਾਲੀ ਰਾਤ ਨੂੰ ਮੀਂਹ ਵਰਦਾ ਹੈ। ਡੱਡੂ ਗੜੈਂ ਗੜੈਂ ਕਰਦੇ ਨੇ, ਮੋਰ ਕੂਕਦੇ ਨੇ, ਪਪੀਹਾ ਵੀ ਪ੍ਰਿਓ ਪ੍ਰਿਓ ਕਰਦਾ ਹੈ। ਪਰ ਪਤੀ ਤੋਂ ਵਿਛੜੀ ਨਾਰ ਨੂੰ ਇਸ ਸੁਹਾਵਣੇ ਰੰਗ ਤੋਂ ਆਨੰਦ ਨਹੀਂ ਮਿਲਦਾ। ਉਸ ਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਮੱਛਰ ਡੰਗ ਮਾਰਦੇ ਨੇ, ਸੱਪ ਡਸਦੇ ਫਿਰਦੇ ਨੇ। ਇਸੇ ਤਰ੍ਹਾਂ ਜੀਵ ਰੂਪੀ ਇਸਤਰੀ ਨੂੰ ਵੀ ਪ੍ਰਭੂ ਪਤੀ ਦੇ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ ਤੇ ਉਹ ਹੋਰ ਰੰਗ ਤਮਾਸ਼ਿਆਂ ਵਿੱਚੋਂ ਆਤਮਿਕ ਆਨੰਦ ਉਸ ਨੂੰ ਨਹੀਂ ਮਿਲਦਾ, ਸਗੋਂ ਉਹ ਰੰਗ ਤਮਾਸ਼ੇ ਮੱਛਰ ਤੇ ਸੱਪਾਂ ਵਾਂਗੂ ਡੰਗ ਮਾਰਦੇ ਪ੍ਰਤੀਤ ਹੁੰਦੇ ਨੇ। ਹੇ ਨਾਨਕ, ਤੂੰ ਆਖ ਕਿ ਮੈਂ ਆਪਣੇ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਾਂਗੀ ਤੇ ਉੱਥੇ ਹੀ ਜਾਵਾਂਗੀ ਜਿੱਥੇ ਮੇਰਾ ਪ੍ਰਭੂ ਪਤੀ ਮਿਲ ਸਕਦਾ ਹੋਵੇ। ਸਤਿਗੁਰੂ ਜੀ ਬਾਹਰਲੇ ਸੁੱਖਾਂ ਦੀ ਭਾਲ ਦੇ ਨਾਲੋਂ ਹਰੀ ਨਾਮ ਦਾ ਸੁੱਖ ਹੀ ਉੱਤਮ ਦੱਸ ਰਹੇ ਨੇ, ਇੱਥੇ ਉਪਦੇਸ਼ ਕਰ ਰਹੇ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਮਾਲ ਦੇ ਪ੍ਰਤੀਕ ਲੈ ਕੇ ਸਮਝਾਇਆ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਕਿ ਇੱਕ ਨਾਰੀ ਪਤੀ ਪ੍ਰੇਮ ਵਿੱਚ ਵਿਆਕੁਲ ਹੋ ਜਾਂਦੀ ਹੈ, ਉਸੇ ਤਰ੍ਹਾਂ ਹੀ ਹਰੀ ਭਗਤ ਪ੍ਰਭੂ ਜੀ ਦੇ ਸ਼ਰਨ ਤੇ ਉਸ ਦੀ ਪ੍ਰਾਪਤੀ ਲੋਚਦਾ ਹੈ। ਉਸ ਨੂੰ ਪ੍ਰਭੂ ਦਾ ਸਿਮਰਨ 'ਚ ਹੀ ਆਨੰਦ ਮਿਲਦਾ ਹੈ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਮੈਂ ਮੂਰਖ ਕੀ
बात है। कोट पराधी तरिया रे, गुरु नानक जिन सुनिया देखिया से फिर घर बास ना परिया रे। गुरु नानक जिन सुनिया देखिया से फिर घर बास ना परिया रे। कोट ब्रह्मांड को ठाकुर स्वामी, सर्व जिया का दाता रे। प्रतिपाल नित सार समाल, एक गुण नहीं मूरख जाता रे। गुरु नानक जिन सुनिया देखिया से फिर घर बास ना परिया रे। गुरु नानक जिन सुनिया देखिया से फिर घर बास ना परिया रे। हर आराधना जाना रे, हर आराधना जाना रे। हर हर गुर गुर करता रे। हर जियो नाम परयो रामदास, नाम परयो रामदास। गुरु नानक जिन सुनिया देखिया से फिर घर बास ना परिया रे। गुरु नानक जिन सुनिया देखिया से फिर घर बास ना परिया रे। दीन दयाल कृपाल सुख सागर, सर्व घटा भरपूरी रे। देखत सुनत सदा है संगे, मैं मूरख जाने दूरी रे। गुरु नानक जिन सुनिया देखिया से फिर घर बास ना परिया रे। गुरु नानक जिन सुनिया देखिया से फिर घर बास ना परिया रे। हर बेअंत हो मित कर बरनो, क्या जाना होए कैसो रे। करो
ਸਤਿਗੁਰ ਆਪਣੇ ਮੈਂ ਮੂਰਖ ਦੇਉ ਉਪਦੇਸੋ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸਿਰ ਫਿਰ ਘਰ ਬਾਸ ਨਾ ਭਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਘਰ ਬਾਸ ਨਾ ਭਰਿਆ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਕਰਿਆ ਰੇ ਕੋਟ ਪਰਾਦੀ ਕਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਘਰ ਬਾਸ ਨਾ ਭਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਘਰ ਬਾਸ ਨਾ ਭਰਿਆ ਰੇ ਸੇ ਫਿਰ ਘਰ ਬਾਸ ਨਾ ਭਰਿਆ ਰੇ ਸੇ ਫਿਰ ਘਰ ਬਾਸ ਨਾ ਭਰਿਆ। ਹਾਂਜੀ, ਇਹ ਸਨ ਭਾਈ ਭੁਪਿੰਦਰ ਸਿੰਘ ਜੀ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਪ੍ਰੋਗਰਾਮ ਦੇ ਕੁਝ 15 ਕੁ ਮਿੰਟ ਬਚੇ ਨੇ ਤੇ ਅਸੀਂ ਜਿਹੜਾ ਲੇਖ ਸ਼ੁਰੂ ਕੀਤਾ ਹੈ ਸਰਦਾਰ ਬਲਵਿੰਦਰ ਸਿੰਘ ਜੀ ਬਾਲਮ ਉਹਨਾਂ ਦਾ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਕੁਦਰਤ ਦਾ ਵਰਣਨ ਤੇ ਉਹਦੇ ਵੱਲੋਂ ਉਸ ਵਰਣਨ ਜਿਹੜਾ ਕੀਤਾ ਹੈ ਸਤਿਗੁਰੂ ਜੀ ਸਾਨੂੰ ਉਦਾਹਰਨਾਂ ਦੇ ਕੇ ਕਿਸ ਤਰ੍ਹਾਂ ਸਾਨੂੰ ਉਸ ਪਰਮਾਤਮਾ ਦੇ ਨਾਲ ਜੋੜਦੇ ਨੇ। ਉਹ ਲੇਖ ਦੇ ਵਿੱਚੋਂ ਕੁਝ ਅੰਸ਼ ਹੋਰ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਤੇ ਜਿਹੜੀਆਂ ਪੰਕਤੀਆਂ 1113 ਅੰਗ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੇਖਕ ਨੇ ਸਾਡੇ ਸਨਮੁਖ ਕੀਤੀਆਂ ਨੇ ਉਹ ਇਸ ਤਰ੍ਹਾਂ ਨੇ। ਇਹ ਮਨ ਮੇਰਿਆ ਬਿਨ ਬੇੜੀ ਪਾਰ ਨ ਅੰਬੜੈ ਰਾਮ, ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ, ਮਿਲ ਸਾਧ ਸੰਗਤ ਕਰਹਿ ਰਲੀਆਂ ਫਿਰ ਨਾ ਪਛੋਤਾਵੇ। ਹੇ ਮੇਰੇ ਮਨ, ਜਿਵੇਂ ਕੋਈ ਪੌੜੀ ਤੋਂ ਬਿਨਾਂ ਕੋਠੇ ਤੇ ਨਹੀਂ ਚੜ੍ਹ ਸਕਦਾ, ਇਸੇ ਤਰ੍ਹਾਂ ਨਾਮ ਸਿਮਰਨ ਰੂਪੀ ਪੌੜੀ ਤੋਂ ਬਿਨਾਂ ਉੱਚੇ ਆਤਮਿਕ ਟਿਕਾਣੇ ਤੇ ਨਹੀਂ ਅੱਪੜ ਸਕਦਾ। ਜਿਵੇਂ ਬੇੜੀ ਤੋਂ ਬਿਨਾਂ ਮਨੁੱਖ ਨਦੀ ਤੋਂ ਪਾਰ ਨਹੀਂ ਹੋ ਸਕਦਾ, ਇਸ ਸੰਸਾਰ ਸਮੁੰਦਰ ਦੇ ਵਿਸ਼ੇ ਵਿਕਾਰ ਰੂਪੀ ਪੈ ਰਹੀਆਂ ਲਹਿਰਾਂ ਨਾਲ ਭਰਪੂਰ ਸੰਸਾਰ ਸਮੁੰਦਰ ਤੋਂ ਪਰਲੇ ਪਾਸੇ ਸੱਜਣ ਪ੍ਰਭੂ ਵਸਦਾ ਹੈ। ਗੁਰੂ ਦੇ ਸ਼ਬਦ ਦੀ ਹੀ ਸੂਲ ਹੀ ਇਸ ਸਮੁੰਦਰ ਤੋਂ ਪਾਰ ਕਰ ਸਕਦੀ ਹੈ। ਹੇ ਮਨ, ਤੂੰ ਸਾਧ ਸੰਗਤ ਦੇ ਵਿੱਚ ਮਿਲ ਕੇ ਵਾਹਿਗੁਰੂ ਨੂੰ ਸਿਮਰ ਤੇ ਆਨੰਦ ਮਾਣਦਾ ਰਹੋ, ਤੂੰ ਵੀ ਪਾਰ ਹੋ ਜਾਵੇਂਗਾ, ਫਿਰ ਤੈਨੂੰ ਪਛਤਾਉਣਾ ਨਹੀਂ ਪਵੇਗਾ। ਸੱਚੇ ਪਾਤਸ਼ਾਹ ਵਾਹਿਗੁਰੂ ਦੇ ਸੱਚੇ ਸ਼ਬਦ ਦੇ ਨਾਲ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾ ਰਹੇ ਨੇ ਕਿ ਇਹ ਮਨੁੱਖ ਤੂੰ ਇਹ ਭਵ ਸਾਗਰ ਪਾਰ ਕਰ ਜਾਏਗਾ। ਇਹ ਸੱਚਾ ਜਿਹੜਾ ਸ਼ਬਦ ਹੈ, ਨਾਮ ਸਿਮਰਨ ਹੈ, ਇਹ ਬੇੜੀ ਦੀ ਤਰ੍ਹਾਂ ਹੈ, ਤੈਨੂੰ ਦੂਸਰੇ ਪਾਰ ਮੰਜ਼ਿਲ ਤੇ ਲੈ ਜਾਵੇਗਾ। ਅਗਲੀਆਂ ਪੰਕਤੀਆਂ ਲੇਖਕ ਨੇ ਸਾਡੇ ਸਨਮੁਖ ਕੀਤੀਆਂ ਨੇ 1168 ਅੰਗ ਤੋਂ। ਮਹਾਰੁਤੀ ਆਵਣਾ ਵੇਖੋ ਕਰਮ ਕਮਾਏ, ਨਾਨਕ ਹਰੇ ਨਾ ਸੂਕਹੀ ਜੇ ਗੁਰਮੁਖ ਰਹੇ ਸਮਾਏ। ਹੇ ਭਾਈ, ਇਹ ਦੁਨੀਆ ਦੀਆਂ ਰੁੱਤਾਂ ਦੇ ਵਿੱਚ ਮਹੀਨੇ ਆਵਣੇ ਜਾਵਣੇ ਨੇ, ਪਰ ਤੁਸੀਂ ਹਉਮੈ ਨੂੰ ਵਸਾਰਨ ਵਾਲੇ ਕਰਮ ਕਰਕੇ ਵੇਖੋ। ਉਹ ਸਦਾ ਖੇੜੇ ਵਾਲੀ ਰੁੱਤ ਕਦੇ ਅਲੋਪ ਨਹੀਂ ਹੋਵੇਗੀ। ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿੱਚ ਟਿਕ ਜਾਂਦੇ ਨੇ, ਉਹਨਾਂ ਦੀ ਆਤਮਾ ਸਦਾ ਖਿੜੀ ਰਹਿੰਦੀ ਹੈ ਤੇ ਉਹਨਾਂ ਦਾ ਖੇੜਾ ਕਦੇ ਨਹੀਂ ਸੁੱਕਦਾ। ਸਤਿਗੁਰੂ ਜੀ ਸੰਦੇਸ਼ ਦੇ ਰਹੇ ਨੇ ਕਿ ਇਹ ਮਨੁੱਖ, ਇਹ ਖੂਬਸੂਰਤ ਰੁੱਤਾਂ ਮਹੀਨੇ ਆਉਂਦੇ ਜਾਂਦੇ ਰਹਿੰਦੇ ਨੇ ਤੇ ਤੂੰ ਮਨੁੱਖ ਹਉਮੈ ਨੂੰ ਤਿਆਗ ਤੇ ਪ੍ਰਭੂ ਦੇ ਨਾਮ ਵਾਲੀ ਖੇੜੇ ਦੀ ਰੁੱਤ ਫਿਰ ਸਦਾ ਹੀ ਰਵੇਗੀ। ਰੁੱਤ ਆਈ ਲੈ ਸਰਸ ਬਸੰਤ ਮਹੇ,
ਰੰਗ ਰਾਤੇ ਰਵਹਿ ਸੇ ਤੇਰੇ ਚਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 1168। ਭਾਵ ਕਿ ਵਾਹਿਗੁਰੂ ਜੀ ਦੇ ਜਿਹੜੇ ਬੰਦੇ ਤੇਰੇ ਰੰਗ ਦੇ ਵਿੱਚ ਰੰਗੇ ਜਾਂਦੇ ਨੇ, ਹੇ ਵਾਹਿਗੁਰੂ ਜੀ, ਅਤੇ ਜਿਹੜੇ ਤੈਨੂੰ ਸਿਮਰਦੇ ਨੇ ਉਹ ਤੇਰੇ ਮਿਲਾਪ ਦੀ ਖੁਸ਼ੀ ਵਿੱਚ ਰਹਿੰਦੇ ਨੇ। ਮਾਨੋ ਮਨੁੱਖਾ ਜਨਮ ਉਹਨਾਂ ਵਾਸਤੇ ਬਸੰਤ ਰੁੱਤ ਵਾਂਗ ਹੈ। ਤੇ ਸਤਿਗੁਰੂ ਜੀ ਇੱਥੇ ਸਾਨੂੰ ਸੰਦੇਸ਼ ਦੇ ਰਹੇ ਨੇ ਕਿ ਮਨੁੱਖਾ ਜਨਮ ਕੀਮਤੀ ਜਨਮ ਹੈ, ਜਿਸ ਨੇ ਦੁਬਾਰਾ ਨਹੀਂ ਆਉਣਾ। ਇਸ ਜੀਵਨ ਨੂੰ ਬਸੰਤ ਰੁੱਤ ਵਾਂਗ ਹੀ ਉਹ ਮਨੁੱਖ ਸਮਝਦੇ ਨੇ ਜੋ ਪਰਮਾਤਮਾ ਦੇ ਨਾਮ ਦੀ ਜਿਨ੍ਹਾਂ ਨੂੰ ਸੋਝੀ ਹੋ ਜਾਂਦੀ ਹੈ ਤੇ ਉਸ ਦਾ ਨਾਮ ਜਿਹੜੇ ਸਿਮਰਦੇ ਨੇ। ਜੇਹੀ ਰੁੱਤ ਕਾਇਆ ਸੁਖ ਤੇਹਾ, ਤੇਹੋ ਜੇਹੀ ਦੇਹੀ। ਨਾਨਕ ਰੁੱਤ ਸੁਹਾਵੀ ਸਾਈ, ਬਿਨ ਨਾਵੈ ਰੁੱਤ ਕੇਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 1254। ਇਨਸਾਨੀ ਜੀਵਨ ਵਾਸਤੇ ਦੋ ਹੀ ਰੁੱਤਾਂ ਨੇ, ਸਿਮਰਨ ਤੇ ਨਾਮਹੀਣਤਾ। ਇਹਨਾਂ ਵਿੱਚ ਜਿਹੜੀ ਰੁੱਤ ਦਾ ਪ੍ਰਭਾਵ ਹੇਠ ਜੀਵ ਆਪਣਾ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਸੁੱਖ ਜਾਂ ਦੁੱਖ ਮਿਲਦਾ ਹੈ। ਉਸੇ ਪ੍ਰਭਾਵ ਹੇਠ ਹੀ ਇਸ ਦਾ ਸਰੀਰ ਤੇ ਗਿਆਨ ਇੰਦਰੀ ਚੱਲਦੇ ਨੇ। ਸਤਿਗੁਰੂ ਜੀ ਐਸਾ ਫਰਮਾ ਰਹੇ ਨੇ। ਇੱਥੇ ਸੰਦੇਸ਼ ਦੇ ਰਹੇ ਨੇ ਕਿ ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ ਜਦੋਂ ਨਾਮ ਉਹ ਸਿਮਰਦਾ ਹੈ। ਨਾਮ ਸਿਮਰਨ ਤੋਂ ਬਿਨਾਂ ਕੁਦਰਤ ਦੀ ਬਦਲਦੀ ਹੋਈ ਕੋਈ ਵੀ ਰੁੱਤ ਇਸ ਨੂੰ ਆਤਮਿਕ ਸੁੱਖ ਨਹੀਂ ਦੇ ਸਕਦੀ। ਆਦਮੀ ਦੇ ਚਾਲ ਚੱਲਣ ਦੇ ਮੁਤਾਬਕ ਹੀ ਉਸ ਨੂੰ ਦੁੱਖ ਸੁੱਖ ਹੁੰਦੇ ਨੇ। ਸਿਮਰਨ ਕਰਨ ਵਾਲੇ ਮਨੁੱਖ ਸੁੱਖਾਂ ਦੇ ਭਾਗੀ ਬਣਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 1278 ਅੰਗ ਤੇ ਇਹ ਪੰਕਤੀਆਂ ਨੇ। ਨਾਨੀ ਸੀ ਬੂੰਦ ਪਵਨ ਪਤ ਖੋਵੈ, ਜਨਮ ਮਰੈ ਤਿਨ ਤਾਈ। ਜਨਮ ਮਰੈ ਖਿਨ ਤਾਈ, ਨਦੀ ਉਪਕੰਠ ਜੈਸੇ ਘਰ ਤਰਵਰ। ਸਰਪਨ ਘਰ ਘਰ ਮਾਹੀ, ਉਲਟੀ ਨਦੀ ਕਹਾਂ ਘਰ ਤਰਵਰ। ਸਰਪਨ ਡਸੈ ਦੂਜਾ ਮਨ ਮਾਹੀ। ਇਹ ਜਗਤ ਮਾਨੋ ਕਾਗਜ਼ਾਂ ਦਾ ਕਿਲਾ ਹੈ, ਜਿਸ ਨੂੰ ਪ੍ਰਭੂ ਨੇ ਆਪਣੀ ਸਿਆਣਪ ਦੇ ਨਾਲ ਸਜਾਵਟ ਤੇ ਰੂਪ ਰੇਖਾ ਦਿੱਤੀ ਹੋਈ ਹੈ। ਪਰ ਜਿਵੇਂ ਇੱਕ ਨਿੱਕੀ ਜਿਹੀ ਬੂੰਦ ਜਾਂ ਹਵਾ ਦਾ ਬੁੱਲਾ ਕਾਗਜ਼ ਦੇ ਕਿਲੇ ਦੀ ਸ਼ੋਭਾ ਗਵਾ ਦਿੰਦਾ ਹੈ, ਤਿਵੇਂ ਇਹ ਜਗਤ ਪਲ ਦੇ ਵਿੱਚ ਜੰਮਦਾ ਤੇ ਪਲ ਦੇ ਵਿੱਚ ਮਰਦਾ ਹੈ। ਜਿਵੇਂ ਕਿਸੇ ਨਦੀ ਦੇ ਕੰਢੇ ਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ, ਜਦੋਂ ਨਦੀ ਦੀ ਵੇਗ ਉਲਟਦੀ ਹੈ ਤਾਂ ਫਿਰ ਨਾ ਘਰ ਰਹਿੰਦਾ ਹੈ ਤੇ ਨਾ ਉਹ ਰੁੱਖ। ਜਿਵੇਂ ਕਿਸੇ ਮਨੁੱਖ ਦੇ ਘਰ ਦੇ ਵਿੱਚ ਸੱਪਣੀ ਦਾ ਘਰ ਹੋਵੇ, ਜਦੋਂ ਵੀ ਮੌਕਾ ਮਿਲਦਾ ਹੈ ਸੱਪਣੀ ਉਸ ਨੂੰ ਡੰਗ ਮਾਰੇਗੀ। ਇਸੇ ਤਰ੍ਹਾਂ ਮਨੁੱਖ ਦੇ ਮਨ ਦੇ ਵਿੱਚ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਆਸਰਾ ਉਸ ਨਦੀ ਦੇ ਉਲਟੇ ਹੜ੍ਹ ਵਾਂਗ ਹੈ ਤੇ ਉਸ ਘਰ ਦੇ ਵਿੱਚ ਬਸਦੀ ਸੱਪਣੀ ਵਾਂਗ ਹੈ, ਤੇ ਇਹ ਦੂਜੀ ਝਾਕ ਆਤਮਕ ਮੌਤ ਲਿਆਉਂਦੀ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਤੇ ਉਪਦੇਸ਼ ਇੱਥੇ ਦੇ ਰਹੇ ਨੇ, ਮਨੁੱਖਾ ਜੀਵਨ ਦਾ ਕੋਈ ਭਰੋਸਾ ਨਹੀਂ, ਕਦ ਦੁਨੀਆ ਤੋਂ ਅਸੀਂ ਰੁਖਸਤ ਹੋ ਜਾਈਏ। ਗੁਰੂ ਜੀ ਨੇ ਬਹੁਤ ਵਧੀਆ ਹੀ ਉਦਾਹਰਨ ਦੇ ਕੇ ਸਮਝਾਇਆ ਹੈ ਕਿ ਮਨੁੱਖੀ ਜੀਵਨ ਕਾਗਜ਼ੀ ਕਿਲੇ ਦੀ ਤਰ੍ਹਾਂ ਹੈ। ਇਹਦੀ ਸਜਾਵਟ ਸ਼ੋਭਾ ਪਲ ਛਿਨ ਵਿੱਚ ਚਲੀ ਜਾਂਦੀ ਹੈ। ਜੇ ਛੋਟੀ ਜਿਹੀ ਬੂੰਦ ਵੀ ਇਹਦੇ ਉੱਤੇ ਪੈ ਜਾਵੇ, ਭਾਵ ਕਿ ਮਨੁੱਖ ਤੇ ਲੱਗਾ ਦਾਗ ਉਸ ਦੀ ਸ਼ਖਸੀਅਤ ਨੂੰ ਖਤਮ ਕਰ ਦਿੰਦਾ ਹੈ। ਪ੍ਰਭੂ ਦੇ ਨਾਮ ਦੀ ਉਸ ਨੂੰ ਨਾਮ ਹੀ ਪਾਕ ਪਵਿੱਤਰ ਰੱਖ ਸਕਦਾ ਹੈ। ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ ਤੇ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਯਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਤੇ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਤਿਗੁਰੂ ਜੀ ਦੇ ਅਵਤਾਰ ਪੁਰਖ ਦੀਆਂ। ਤੇ ਆਓ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ। ਇਹ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ। ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਬਣ ਜਾਏ ਜ਼ਿੰਦਗੀ ਦਾ
ਦਸਤੂਰ ਨਾਨਕ। ਇਹ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ। ਇਹ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ। ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਉੱਠੇ ਅੰਮ੍ਰਿਤ ਵੇਲੇ ਵਿੱਚ ਤੇਰਾ ਜਾਪੇ ਉਚਾਰਾ ਮੈਂ। ਤੇਰੇ ਨਾਮ ਦੀ ਮਸਤੀ ਵਿੱਚ ਇਹ ਜੀਵਨ ਗੁਜ਼ਾਰਾ ਮੈਂ। ਇਸ ਅੰਮ੍ਰਿਤ ਸਰੋਵਰ ਵਿੱਚ ਫਿਰ ਟੁੱਬੀਆਂ ਮਾਰਾ ਮੈਂ। ਜੋ ਮੰਤਰ ਬਖਸ਼ਿਆ ਏ ਉਹ ਦਿਲ ਵਿੱਚ ਧਾਰਾ ਮੈਂ। ਤੇਰੇ ਨਾਮ ਦੀ ਮੈਂ ਪੀਵਾਂ ਤੇ ਚੜੇ ਸਰੂਰ ਨਾਨਕ। ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਇਸ ਅੰਮ੍ਰਿਤ ਬਾਣੀ ਵਿੱਚ ਫਿਰ ਮਨ ਨੂੰ ਲਾਵਾਂ ਮੈਂ। ਇਹ ਬਾਣੀ ਪੜ ਕੇ ਤੇ ਵਿੱਚ ਸੰਗਤ ਜਾਵਾਂ ਮੈਂ। ਸਤ ਸੰਗਤ ਜਾ ਕੇ ਤੇ ਜਸ ਸੁਣਾ ਤੇ ਗਾਵਾਂ ਮੈਂ। ਫਿਰ ਧੂੜ ਗੁਰ ਸਿੱਖਾਂ ਦੀ ਮੱਥੇ ਤੇ ਲਾਵਾਂ ਮੈਂ। ਮੈਨੂੰ ਹਰ ਥਾਂ ਦਿਸਦਾ ਰਹੇ ਤੇਰਾ ਹੀ ਨੂਰ ਨਾਨਕ। ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਸਿੱਖਿਆ ਗੁਰਬਾਣੀ ਦੀ ਮੇਰੇ ਦਿਲ ਵਿੱਚ ਵਸ ਜਾਏ। ਇਹ ਤੇਰੀ ਅੜਿਆ ਲਾਏ ਜੋ ਦਿਲ ਵਿੱਚ ਧਸ ਜਾਏ। ਕਈ ਭੁੱਲਿਆ ਭਟਕਿਆ ਨੂੰ ਇਹ ਰਸਤਾ ਦੱਸ ਜਾਏ। ਕਿਸੇ ਸਾਧ ਦੀ ਰਸਨਾ ਵਿੱਚ ਇਹ ਬਾਣੀ ਰਸ ਜਾਏ। ਮੈਂ ਪਾਣੀ ਢੋਵਾਂ ਬਣ ਉਸਦਾ ਮਜ਼ਦੂਰ ਨਾਨਕ। ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਇਨ ਚੰਦ ਦੀਆਂ ਰਿਸ਼ਮਾਂ ਵਿੱਚ ਤੇਰੇ ਕਰਨ ਦਿਦਾਰੇ ਜੋ। ਮੈਨੂੰ ਉਹਨਾਂ ਦਾ ਸੰਗ ਬਖਸ਼ੋ ਹਨ ਤੇਰੇ ਸਵਾਰੇ ਜੋ। ਇਨ ਚੰਦ ਦੀਆਂ ਰਿਸ਼ਮਾਂ ਵਿੱਚ ਤੇਰੇ ਕਰਨ ਦਿਦਾਰੇ ਜੋ। ਮੈਨੂੰ ਉਹਨਾਂ ਦਾ ਸੰਗ ਬਖਸ਼ੋ ਹਨ ਤੇਰੇ ਸਵਾਰੇ ਜੋ। ਉਹਨਾਂ ਦੇ ਵਿੱਚ ਵਸਦਾ ਤੇਰਾ ਹੀ ਜ਼ਹੂਰ ਨਾਨਕ। ਬਣ ਜਾਏ ਜ਼ਿੰਦਗੀ ਦਾ
ਇਹ ਦਸਤੂਰ ਨਾਨਕ ਬਣ ਗਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਤੇਰੇ ਕੋਲੋਂ ਲੈ ਸਿੱਖਿਆ ਇਹ ਜੀਵ ਨੂੰ ਬਣਾਵਾਂ ਮੈਂ ਤਸਵੀਰ ਤੇਰੀ ਹਰਦਮ ਵਿੱਚ ਦਿਲ ਦੇ ਵਸਾਵਾਂ ਮੈਂ। ਤੇਰੇ ਗੀਤ ਪਿਆਰਾਂ ਦੇ ਹਰਦਮ ਹੀ ਗਾਵਾਂ ਮੈਂ ਟਹਿ ਕੇ ਤੇਰੇ ਚਰਨਾਂ ਤੇ ਫੁੱਲਾਂ ਬਖਸ਼ਾਵਾਂ ਮੈਂ। ਹੱਥ ਬਨ ਕੇ ਅਰਜ਼ ਕਰਾਂ ਕਿ ਬਖਸ਼ੋ ਕਸੂਰ ਨਾਨਕ ਬਣ ਗਏ ਜ਼ਿੰਦਗੀ ਦਾ ਇਹ ਦਸਤੂਰ